ਧੰਨ ਵਾਹਿਗੁਰੂ ਜੀ। ਸਤਨਾਮ ਸਤਨਾਮ कबीर मैं जान्यो पढ़बो भला मैं जान्या पढ़बो भला पढ़बे स्यों भल जोग भगत ना छाडो राम की पावे निंदो लोग आओ रल मिल के एकाग्र चित हो के कुछ समा बैठण दा यतन करिए। घरां विच बैठ के जां जिहड़े दीवान विच बैठे कुछ चिर हाजिर हो के बैठिए, ध्यान नाल सुनिए, समझिए, विचारिए। कुछ नुकते इदां दे हुंदे है जिहड़े टोटली साडी लाइफ नूं चेंज कर दिंदे हैं। जे जिंदगी विच धारण कर ले जाण, चाहे सुन के जिंदगी च लागू कर लईए, चाहे पढ़ के कर लईए, बस गल है कि लागू करिए, कमाईए। एक हुंदा पाठ पढ़ना, एक हुंदा पाठ करना। पढ़दी इत्थे सारी दुनिया ही है, बहुत पढ़ते हैं, पढ़ी जाते हैं। मंदिरां च वेखोगे उत्थे भी धार्मिक ग्रंथ पढ़े जा रहे, मस्जिदां विच वेखोगे उत्थे भी कुरान नूं पढ़िया जा रहा। जे तुसीं गिरजा घरां विच वेखोगे उत्थे भी बाइबल नूं पढ़िया जा रहा। ते जे गुरुद्वारियां विच वेखोगे उत्थे भी गुरु ग्रंथ साहब जी नूं पढ़िया जा रहा, पढ़िया जा रहा है। पर पाठ पढ़ना एक हुंदा है, पाठ करना, करके विखाउणा। जो पाठ है, जो गुरबाणी है, उन्होंने करके विखाउणा, प्रैक्टिकल करना। पढ़न वास्ते बहुता जोर नहीं लगता, बहुती मेहनत नहीं होती, पर करन वास्ते बड़ा जोर लगता। ते जे करिए फिर जिंदगी सोहनी बनती है। नहीं ते पाठ पढ़ना अज धंधा बन गया, धर्म धंधा बन गया। ते गुरु साहब ने धंधा धर्म बनाया सी। वो कहंदे सी धंधे नूं धर्म बना लो। वो कहंदे सी राजनीतिक नूं कहंदे सी तू धंधे नूं धर्म बना ला, किसान नूं कहंदे सी तू धंधे नूं धर्म बना ला, व्यापारी नूं कहंदे सी तू धंधे नूं धर्म बना ला, पढ़ाउण वाले नूं कहंदे सी तू धंधे नूं धर्म बना ला। जिहड़ा जिहड़ा धंधा करदे ओहनूं उसे नूं धर्म बना लो। तुहाडा धंधा ही तुहाडा धर्म है, तुहाडा काम ही तुहाडा धर्म है, तुहाडे फर्ज ही तुहाडे धर्म है, तुहाडी जिम्मेवारी तुहाडा धर्म है। पर चाहीदा सी कि असीं अपने धंधे नूं धर्म बनाउंदे, पर हो उल्ट गया। अज धर्म धंधा बन गया। ते जदों धर्म धंधा बन जाता है फिर समाज का बहुत बड़ा नुकसान होता है, बहुत बड़ा नुकसान होता है ते हो रहा है। जदों असीं आले दुआले वेखदे आ, बहुता नुकसान साडा उत्थे ही हुंदा जदों
ਧਰਮ ਧੰਦਾ ਬਣ ਜਾਂਦਾ। ਫਿਰ ਉਦਾਂ ਦੀਆਂ ਮਨੌਤਾਂ, ਉਦਾਂ ਦੇ ਸਿਧਾਂਤ, ਉਦਾਂ ਦੇ ਪ੍ਰੋਟੋਕੋਲ, ਉਦਾਂ ਦੇ ਅਸੂਲ ਬਣਾ ਕੇ ਤੇ ਸਮਾਜ ਦੇ ਸਿਰ ਤੇ ਥੋਪ ਦਿੱਤੇ ਜਾਂਦੇ ਆ। ਬਾਕੀ ਤੇ ਭੇਡਾਂ ਵਾਂਗੂ ਪਿੱਛੇ ਲੱਗਣ ਵਾਲੇ ਹੁੰਦੇ ਆ, ਉਹਨਾਂ ਦੇ ਤੇ ਮਗਰ ਮਗਰ ਲੱਗਣਾ ਹੁੰਦਾ ਹੈ। ਗਲਤ ਠੀਕ ਹਰ ਬੰਦਾ ਪਰਖ ਨਹੀਂ ਸਕਦਾ, ਮੇਰੇ ਵਾਸਤੇ ਗਲਤ ਕੀ ਹੈ, ਠੀਕ ਕੀ ਹੈ। ਡਿਸਾਈਡ ਕਿਸੇ ਦੂਜੇ ਨੇ ਕੀਤਾ, ਦੂਜਾ ਫਿਰ ਆਪਣਾ ਫਾਇਦਾ ਸੋਚ ਕੇ ਸਾਡੇ ਅਸੂਲ ਬਣਾਉਂਦਾ। ਕਈ ਵਾਰੀ ਆਪਾਂ ਗੱਲ ਕੀਤੀ ਹੈ ਵੀ ਆਪਣੀ ਜ਼ਿੰਦਗੀ ਦੇ ਅਸੂਲ, ਧਿਆਨ ਇੱਧਰ ਰੱਖੋ ਵੀਰੋ, ਜਿੰਨੇ ਕੁ ਬੈਠੇ ਹੋ ਇੱਥੇ ਧਿਆਨ ਹਾਜ਼ਰ ਰੱਖੋ। ਜੇ ਤੁਸੀਂ ਇੱਧਰ ਧਿਆਨ ਰੱਖੋਗੇ ਫਿਰ ਤਾਂ ਮੇਰਾ ਮਨ ਲੱਗਿਆ ਰਹਿੰਦਾ, ਨਹੀਂ ਤੇ ਤੁਹਾਡੇ ਕਰਕੇ ਮੇਰਾ ਧਿਆਨ ਹਿਲਦਾ। ਕਿਰਪਾ ਕਰਕੇ ਇੱਧਰ ਧਿਆਨ ਰੱਖਿਓ ਸੁਣਨ ਵਿੱਚ। ਜੇ ਅਸੀਂ ਆਪਣੇ ਅਸੂਲ, ਆਪਣੀ ਮਰਿਆਦਾ ਨਹੀਂ ਬਣਾਵਾਂਗੇ ਫਿਰ ਕੋਈ ਹੋਰ ਬਣਾਏਗਾ। ਜ਼ਿੰਦਗੀ ਕਿੱਦਾਂ ਜਿਉਣੀ ਹੈ ਜੇ ਤੁਸੀਂ ਡਿਸਾਈਡ ਨਹੀਂ ਕਰੋਗੇ ਤੇ ਕੋਈ ਹੋਰ ਕਰੇਗਾ। ਫਿਰ ਤੇ ਜਿਹੜਾ ਕੋਈ ਹੋਰ ਕਰੇਗਾ ਉਹ ਆਪਣਾ ਫਾਇਦਾ ਸੋਚੇਗਾ, ਸਾਡਾ ਫਾਇਦਾ ਥੋੜਾ ਸੋਚੇਗਾ। ਜਦੋਂ ਦੂਜਾ ਡਿਸਾਈਡ ਕਰੇਗਾ ਉਹ ਤੇ ਫਿਰ ਆਪਣੇ ਹਿਸਾਬ ਨਾਲ ਕਰੇਗਾ, ਅਗਲਾ ਆਪਣਾ ਫਾਇਦਾ ਸੋਚੇਗਾ। ਤੇ ਅੱਜ ਤੱਕ ਜਿਹੜੇ ਸਾਡੇ ਅਸੂਲ ਬਣਾਏ ਗਏ ਆ ਉਹ ਕਿਸੇ ਹੋਰ ਵੱਲੋਂ ਬਣਾਏ ਗਏ ਆ। ਇਸੇ ਕਰਕੇ ਬਹੁਤ ਔਖੇ ਹੁੰਦੇ ਆ ਜਦੋਂ ਉਹਨੂੰ ਸਮਾਜ ਤੇ ਲਾ ਕੇ ਵੇਖਦੇ ਆ, ਸਮਾਜ ਵਿਗਿਆਨ ਜਦੋਂ ਵੇਖਦੇ ਆ, ਸਮਾਜ ਦਾ ਵਿਕਾਸ ਵੇਖਦੇ ਆ, ਤੇ ਸਭ ਤੋਂ ਵੱਡਾ ਰੋੜਾ ਜਿਹੜਾ ਹੈ ਉਹ ਸਾਡੀਆਂ ਗਲਤ ਮਨੌਤਾਂ ਬਣੀਆਂ ਹੋਈਆਂ। ਗਲਤ ਮਨੌਤਾਂ ਸਾਡੀ ਜਿਹੜੀ ਜ਼ਿੰਦਗੀ ਦੇ ਵਿੱਚ ਆਉਣ ਕਰਕੇ ਬਹੁਤ ਵੱਡੀ ਪ੍ਰੋਬਲਮ ਪੈਂਦੀ ਹੈ। ਇਸ ਕਰਕੇ ਧਰਮ ਧੰਦਾ ਨਾ ਬਣੇ, ਸਾਡਾ ਧੰਦਾ ਧਰਮ ਬਣੇ, ਸਾਡਾ ਕੰਮ, ਸਾਡਾ ਬਿਜ਼ਨਸ, ਸਾਰਾ ਕੁਝ ਜਿਹੜਾ ਉਹ ਧਰਮ ਬਣੇ। ਅਸੀਂ ਸਹੀ ਚੱਲੀਏ, ਠੀਕ ਚੱਲੀਏ, ਸੋਹਣੇ ਤਰੀਕੇ ਸਿਰ ਆਪਣੀ ਜ਼ਿੰਦਗੀ ਨੂੰ ਬਸਰ ਕਰਨ ਦੀ ਜਾਚ ਸਿੱਖੀਏ। ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ। ਸਹੀ ਰਾਹ ਤੇ ਚੱਲੀਏ। ਤੇ ਇੱਥੇ ਭਗਤ ਨਾਮਦੇਵ ਸਾਹਿਬ ਜੀ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 1195 ਤੇ 96 ਦੋ ਅੰਕ ਦੇ ਉੱਤੇ ਇਹ ਸਵਾਇਮਾਨ ਹੈ। ਇਹ ਸ਼ਬਦ ਜਿਹਦੇ ਵਿੱਚ ਭਗਤ ਨਾਮਦੇਵ ਸਾਹਿਬ ਕਹਿੰਦੇ, ਧਿਆਨ ਨਾਲ ਇਕਾਗਰਤਾ ਨਾਲ ਸੁਣਿਓ। ਮੈਂ ਬੈਠਿਆਂ ਨੂੰ ਫਿਰ ਬੇਨਤੀ ਕਰਦਾ ਵੀ ਜੇ ਤੁਸੀਂ ਇੱਧਰ ਧਿਆਨ ਰੱਖੋਗੇ ਤੇ ਫਿਰ ਮੇਰਾ ਮਨ ਲੱਗਦਾ ਰਹਿੰਦਾ ਮਾੜਾ ਜਿਹਾ ਵੀ। ਜੇ ਨੀਵੀਂ ਪਾ ਕੇ ਬਹਿਣਾ ਫਿਰ ਤੁਸੀਂ ਇੱਥੇ ਨਹੀਂ ਸੀ ਆਉਣਾ। ਇੱਧਰ ਨਹੀਂ ਸੁਣਨਾ ਫਿਰ ਤੁਸੀਂ ਘਰੇ ਬਹਿ ਕੇ ਸੁਣਨਾ ਸੀ। ਧਿਆਨ ਨਾਲ ਸੁਣੋਗੇ, ਤੁਹਾਡੇ ਨਾਲ ਇੱਕ ਬੰਦੇ ਕਰਕੇ ਸਾਰਾ ਧਿਆਨ ਹਿਲ ਜਾਣਾ। ਕਿਰਪਾ ਕਰਕੇ ਹਾਜ਼ਰ ਰਹਿ ਕੇ ਸੁਣੋ, ਨਹੀਂ ਤੇ ਫਿਰ ਆਉਣਾ ਨਹੀਂ ਸੀ। ਮੈਂ 2 ਵਾਰ ਗਿਆ ਨਾ, ਮੈਂ ਤੀਜੀ ਵਾਰੀ ਹੁਣ ਨਾਲ ਲੈ ਕੇ ਕੋਈ ਤੇ ਠਾ ਕੇ ਬਾਹਰ ਭੇਜੋ। ਧਿਆਨ ਨਾਲ ਸਮਝੋ, ਬੇਰਸਾ ਨਾ ਕਰੋ, ਸਾਰਾ ਦਿਮਾਗ ਖਰਾਬ ਨਾ ਕਰੋ। ਭਗਤ ਨਾਮਦੇਵ ਸਾਹਿਬ ਜੀ ਦਾ ਸ਼ਬਦ ਹੈ। ਕਿਰਪਾ ਕਰਕੇ ਪੜੋ ਨਾਲ ਤੇ ਸਮਝਣ ਦੀ ਖੇਚਲ ਕਰੋ। ਤੇਰੀ ਭਗਤ ਨਾ तेरी भगत ना छोड़ो, पावे लोग हंसे, हाँ पावे लोग हंसे। तेरी भगत न छोड़ो, पावे पावे लोग हंसे, पावे लोग हंसे।
तेरी भगत न छोड़ो आवे लोग हंसे आवे लोग हंसे तेरी तेरी भगत न छोड़ो पावे लोग हंसे पावे लोग हंसे भगत न छोड़ो भावे लोग हंसे भावे लोग हंसे चरण कमल मेरे हीरे बसे कमल मेरे हीरे बसे चरण कमल मेरे हीरे चरण कमल मेरे हीरे बसे तेरी तेरी भगत न छोड़ो हमें लोग हंसे हमें लोग साहिब संकट में सेवक भजै निरंकाल न जीवै तो पुण्य लजै निरंकाल न जीवै तो पुण्य लजै संकट में सेवक भजै काल न जीवै दो कुल लजै काल न जीवै दो कुल लजै साहिब संकट में सेवक भजै निरंकाल न जीवै दो कुल लजै निरंकाल न जीवै तो कुल लजै संकट में सेवक भजै निरंकाल न जीवै तो कुल लजै निरंकाल न जीवै तो कुल निरंकाल न जीवै तो कुल लजै निरंकाल न जीवै तो कुल लजै
ਵਾਹਿਗੁਰੂ 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 जैसे अपने धन परानी मरनू मांडे तैसे संत जना तैसे संत जना राम नाम ना छाड़े गंगा गया गोदावरी संसार के प्रसन्न हुए सो प्रसन्न हुए ता सेवक नामा सेवक नामा नामा तेरी तेरी भगत न छोड़ो हमें लोग हमें लोग हंसे तेरी भगत न छोड़ो हमें लोग हंसे हमें लोग हंसे हमें लोग हंसे तेरी भगत न छोड़ो हमें लोग हंसे हमें लोग हंसे तेरी भगत ना छोड़ो हमें लोग हंसे 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 वाहिगुरु 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 वाहिगुरु
ਵਾਹਿਗੁਰੂ 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 ਵਾਹਿਗੁਰੂ। ਤਰੀਏ ਭਾਵੇਂ ਮਰੀਏ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। ਤਰੀਏ ਜਾਂ ਮਰੀਏ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। ਤਰੀਏ ਜਾਂ ਮਰੀਏ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। ਤਰੀਏ ਜਾਂ ਮਰੀਏ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। ਮਰੀਏ ਜੀ ਬਣ ਕੇ ਅਸੀਂ ਪੜੋ। ਤਰੀਏ ਜਾਂ ਮਰੀਏ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। 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 ਓ ਬਣ ਕੇ ਅਸੀਂ ਤੇਰੇ ਹੀ ਰਹਿਣਾ। ਬਣ ਕੇ ਅਸੀਂ ਤੇਰੇ ਹੀ ਰਹਿਣਾ। ਬਣ ਕੇ ਅਸੀਂ ਤੇਰੇ ਹੀ ਰਹਿਣਾ। ਬਣ ਕੇ ਦਾਤਾ ਤੇਰੇ ਰਹਿਣਾ। ਬਣ ਕੇ ਅਸੀਂ ਤੇਰੇ ਹੀ ਰਹਿਣਾ। ਬਣ ਕੇ ਅਸੀਂ ਤੇਰੇ ਰਹਿਣਾ। ਬਣ ਕੇ ਅਸੀਂ ਤੇਰੇ ਹੀ ਰਹਿਣਾ। ਬਣ ਕੇ ਅਸੀਂ ਤੇਰੇ ਰਹਿਣਾ। ਤਰੀਏ ਭਾਵੇਂ ਮਰੀਏ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। ਤਰੀਏ ਭਾਵੇਂ ਮਰੀਏ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। ਤਰੀਏ ਭਾਵੇਂ ਮਰੀਏ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। ਤਰੀਏ ਭਾਵੇਂ ਮਰੀਏ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। ਮਰੀਏ ਜੀ ਬਣ ਕੇ ਤੇਰੇ ਹੀ ਰਹਿਣਾ। ਤਰੀਏ ਭਾਵੇਂ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। ਆਓ ਸਭ ਤੋਂ ਪਹਿਲਾਂ ਮੈਂ ਆਪਣੀ ਵਿਚਾਰਧਾਰਕ ਸਟੇਟਮੈਂਟ ਪੜ੍ਹਨ ਲੱਗਿਆ ਜੋ ਹਰ ਦੀਵਾਨ ਤੋਂ ਪਹਿਲਾਂ ਪੜ੍ਹਦਾ ਹੀ ਆ। ਜਿਸ ਨੇ ਨਾਲ ਆਉਣਾ ਆਵੇ, ਜਿੰਨੇ ਨਾਲ ਨਹੀਂ ਆਉਣਾ ਨਾ ਆਵੇ। ਸਾਡੀ ਸੋਚ ਸਪਸ਼ਟ ਹੈ, ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ, ਭਗਤਾਂ ਅਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ। ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ। ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ। ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਹਰ ਸਜ਼ਾ, ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ, ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ।
ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪ੍ਰਮਾਤਮਾ, ਇੱਕ ਰਸ ਵਿਆਪਕ, ਸਭ ਗੋਬਿੰਦ ਹੈ ਦਾ ਨਾਅਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ। ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ। ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ। ਆਪਣੀਆਂ ਜ਼ਿੰਮੇਵਾਰੀਆਂ, ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਸੋ ਜਿਹੜੇ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਨੇ, ਉਹਨਾਂ ਨੂੰ ਸਦਾ ਜੀ ਆਇਆਂ ਕਹਾਂਗੇ। ਜਿਹੜਾ ਕੋਈ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ, ਉਸ ਨੂੰ ਵੀ ਪੂਰੀ ਆਜ਼ਾਦੀ ਹੈ। ਅਸੀਂ ਮੰਨਦੇ ਹਾਂ 10 ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ, ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ। ਅਸੀਂ ਨਾਸਤਿਕ ਹਾਂ, ਪੁਜਾਰੀ ਵਾਲੇ ਰੱਬ ਤੋਂ, ਜੋ ਸਮਾਜ ਵਿੱਚ ਧਰਮ ਦੇ ਨਾਂ ਤੇ, ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋਗਾਰਤ, ਵੱਡੇ ਵੱਡੇ ਬਲਾਤਕਾਰ ਵੇਖ ਕੇ ਵੀ ਚੁੱਪ ਰਹਿੰਦਾ ਹੈ। ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ। ਸਾਡਾ ਮੰਨਣਾ ਹੈ ਰੱਬ ਸਮਝਣਾ ਹੀ ਰੱਬ ਪੂਜਣਾ ਹੈ। ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਹੈ ਤੇ ਗੁਰਬਾਣੀ ਵਿੱਚ ਦੱਸਿਆ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਹੈ। ਸੋ ਆਓ ਸਾਰੇ ਵੀਰ ਭੈਣਾਂ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦੇ ਆ, ਇੱਕ ਟੀਮ ਬਣਾ ਕੇ ਤੁਰੀਏ, ਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਚੱਲੀਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਜਿੰਨੇ ਆਪ ਸਾਰੇ ਰਲ ਮਿਲ ਕੇ ਆਪਾਂ ਹਾਜ਼ਰੀ ਭਰ ਰਹੇ ਹਾਂ। ਮੈਂ ਲਾਸਟ ਵਿੱਚ ਜਿਹੜੀ ਵਿਚਾਰਧਾਰਾ 'ਚ ਗੱਲ ਕਹੀ ਹੈ ਕਿ ਰੱਬ ਸਮਝਣਾ ਹੀ ਰੱਬ ਪੂਜਣਾ ਹੈ। ਰੱਬ ਅਸੀਂ ਮੰਨਦੇ ਆ, ਰੱਬ ਨੂੰ ਸਮਝੋਗੇ ਤੇ ਸੌਖੇ ਹੋ ਜਾਓਗੇ, ਨਹੀਂ ਸਮਝੋਗੇ ਤੇ ਔਖੇ ਹੋਵੋਗੇ। ਹੁਣ ਮੈਂ ਰੱਬ ਮੰਨਦਾ ਵੀ ਸਰਬ ਵਿਆਪੀ ਕੁਦਰਤ ਦੇ ਵਿੱਚ ਰੂਪ ਵਿੱਚ ਫੈਲਿਆ ਹੋਇਆ ਪਰਮਾਤਮਾ ਹੀ ਹੈ। ਜਦੋਂ ਗੁਰੂ ਨਾਨਕ ਨੂੰ ਪੁੱਛਿਆ ਗਿਆ ਵੀ ਮਹਾਰਾਜ ਰੱਬ ਮਿਲਣਾ ਚਾਹੁੰਦੇ ਆ ਰੱਬ ਨੂੰ, ਉਹਨਾਂ ਨੇ ਕਿਹਾ ਮੇਰਾ ਰੱਬ ਬਲਿਹਾਰੀ ਕੁਦਰਤ ਵਸਿਆ, ਇਹਦੇ 'ਚ ਹੀ ਵਸਿਆ, ਇਹਦੇ ਵਿੱਚ ਕੋਈ ਚੀਜ਼ ਨਹੀਂ, ਇਹੋ ਹੀ ਹੈ। ਵਿੱਚ ਤੇ ਗੱਲ ਕਹਿਣ ਚਾਹੁੰਦੀ ਹੈ, ਧਿਆਨ ਨਾਲ ਸਮਝੋ ਇਸ ਨੁਕਤੇ ਨੂੰ। ਕਹਿਣ ਚਾਹੁੰਦਾ ਵੀ ਇਹਦੇ ਵਿੱਚ ਕੁਝ ਹੈ, ਕਹਿਣ ਚਾਹੁੰਦਾ ਹੈ। ਮੈਂ ਜਿਵੇਂ ਅੱਗੇ ਵੀ ਇੱਕ ਦਫਾ ਗੱਲ ਕਰ ਚੁੱਕਿਆ, ਇੱਕ ਸ਼ਬਦ ਹੈ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀਆ। ਬਈ ਜਿਵੇਂ ਲੱਕੜੀ ਦੇ ਵਿੱਚ ਅੱਗ ਹੈ, ਦੁੱਧ 'ਚ ਘਿਓ ਹੈ, ਇਸੇ ਤਰ੍ਹਾਂ ਰੱਬ ਵੀ ਕਹਿੰਦੇ ਬੰਦੇ ਦੇ ਅੰਦਰ ਹੈ। ਪਰ ਮੇਰਾ ਤੁਸੀਂ ਜਵਾਬ ਦੇਣਾ ਹੈ ਕਿ ਲੱਕੜੀ ਦੇ ਵਿੱਚ ਅੱਗ ਹੈ, ਲੱਕੜੀ ਦੇ ਵਿੱਚ ਅੱਗ ਹੈ ਕਿ ਅੱਗ ਦਾ ਪਹਿਲਾ ਰੂਪ ਲੱਕੜੀ ਹੈ? ਅੱਗ ਦਾ ਪਹਿਲਾ ਰੂਪ ਕਿਹੜਾ ਹੈ? ਲੱਕੜੀ। ਉਹਦਾ ਤੇ ਰੂਆਂ ਰੂਆਂ ਅੱਗ ਹੈ, ਇਹ ਥੋੜਾ ਉਹਦੇ ਵਿੱਚ ਅੱਗ ਹੈ। ਲੱਕੜੀ ਦਾ ਰੂਆਂ ਰੂਆਂ ਅੱਗ ਹੀ ਹੈ। ਪਹਿਲੀ ਸ਼ੇਪ ਲੱਕੜ ਹੈ, ਦੂਜੀ ਸ਼ੇਪ ਅੱਗ ਹੈ। ਦੁੱਧ ਦੇ ਵਿੱਚ ਘਿਓ ਹੈ, ਦੁੱਧ ਦਾ ਪਹਿਲੀ ਸ਼ੇਪ ਹੈ ਦੁੱਧ, ਦੂਜੀ ਸ਼ੇਪ ਹੈ ਦਹੀਂ, ਤੀਜੀ ਸ਼ੇਪ ਹੈ ਲੱਸੀ ਤੇ ਮੱਖਣ, ਚੌਥੀ ਸ਼ੇਪ ਕੀ ਹੈ? ਮੱਖਣ ਨੂੰ ਗਰਮ ਕਰ ਲਓ, ਘਿਓ। ਦੁੱਧ ਦੇ ਵਿੱਚ ਘਿਓ ਹੈ ਕਿ ਦੁੱਧ ਹੀ ਘਿਓ ਹੈ? ਦੁੱਧ ਹੀ ਘਿਓ ਹੈ। ਘਿਓ ਹੀ ਦੁੱਧ ਨਹੀਂ ਸੀ, ਇਹ ਸ਼ੇਪ ਬਦਲ ਗਈ ਤੇ ਨਾਮ ਬਦਲ ਗਿਆ, ਉਹਦੇ ਵਿੱਚ ਨਹੀਂ। ਮਤਲਬ ਕਹਿਣ ਦਾ ਜਦੋਂ ਗੁਰਬਾਣੀ ਚਾਹੁੰਦਾ ਵੀ ਕੁਦਰਤ ਵਿੱਚ ਰੱਬ ਹੈ, ਅਸਲ ਵਿੱਚ ਸਚਾਈ ਇਹ ਹੈ ਸਾਰਾ ਕੁਝ ਹੀ ਰੱਬ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਆਪਾਂ ਕਹਿ ਦਿੰਦੇ ਆ ਬੱਚੇ ਦੇ ਵਿੱਚ ਹੀ ਜਵਾਨ ਹੈ, ਏਦਾਂ ਨਹੀਂ ਕਹਿੰਦੇ ਵੀ ਬੱਚੇ ਦੇ ਵਿੱਚ ਇੱਕ ਜਵਾਨ ਛੁਪਿਆ ਹੋਇਆ ਹੈਗਾ ਕਿ ਨਹੀਂ? ਉਹਦੇ ਵਿੱਚ ਜਵਾਨ ਹੈ ਕਿ ਜਵਾਨ ਦੀ ਪਹਿਲੀ ਸ਼ੇਪ ਬੱਚਾ ਹੈ ਤੇ ਦੂਜੀ ਸ਼ੇਪ ਜਵਾਨ ਹੈ। ਜਵਾਨ ਦੇ ਵਿੱਚ ਬੁੱਢਾ ਹੈਗਾ ਕਿ ਨਹੀਂ? ਬੁੱਢਾ ਉਹਦੇ ਵਿੱਚ ਹੈ ਕਿ ਇਹਦਾ ਹੀ ਅਗਲਾ ਰੂਪ ਹੋਊਗਾ ਬੁੱਢਾ?
ਇਹਦਾ ਅਗਲਾ ਰੂਪ ਬੁੱਢਾ। ਪਰ ਕਹਿਣ 'ਚ ਕੀ ਆਉਂਦਾ ਵੀ ਜਵਾਨ ਦੇ ਵਿੱਚ ਕੋਈ ਬੁੱਢਾ ਛੁਪਿਆ ਹੋਇਆ। ਹੁਣ ਜੇ ਕਮਲਾ ਬੰਦਾ ਬੁੱਢਾ ਲੱਭਣ ਲੱਗ ਪਵੇ ਵਿੱਚ ਵੀ ਇਹਦੇ 'ਚੋਂ ਬੁੱਢਾ ਲੱਭਣਾ, ਇਹ ਬੱਚੇ 'ਚੋਂ ਜਵਾਨ ਲੱਭਣਾ, ਏਦਾਂ ਕਿਵੇਂ ਹੋ ਸਕਦਾ? ਅਸੀਂ ਕੁਦਰਤ ਦੇ ਵਿੱਚੋਂ ਰੱਬ ਲੱਭਦੇ ਹਾਂ, ਇਹਦੇ ਵਿੱਚ ਕੋਈ ਰੱਬ ਹੈ? ਗੱਲ ਕਹਿਣ ਚਾਹੁੰਦੀ ਹੈ, ਕਹਿਣ ਚਾਹੁੰਦੀ ਹੈ, ਬਸ ਸਿਰਫ ਸਮਝਾਉਣ ਵਾਸਤੇ ਹੁੰਦਾ ਹੈ। ਕੁਝ ਨੁਕਤੇ ਸਿਰਫ ਸਮਝਾਉਣ ਵਾਸਤੇ ਵਰਤੇ ਜਾਂਦੇ ਹੈ। ਹੁਣ ਬੰਦਾ ਕਮਲਾ ਹੀ ਹੈ ਜੇ ਲੱਭਣ ਲੱਗ ਪਿਆ ਵੀ ਜਵਾਨ ਵਿੱਚ ਬੁੱਢਾ ਹੈ। ਜੀ ਹੈਗੀ ਸੱਚਾਈ ਹੈ, ਪਰ ਜਵਾਨ ਦੀ ਦੂਜਾ ਰੂਪ ਬੁੱਢਾ ਹੈ। ਪਹਿਲਾ ਸ਼ੇਪ ਜਵਾਨ ਹੈ। ਜਵਾਨ ਦੀ ਪਹਿਲੀ ਸ਼ੇਪ ਕੀ ਸੀ? ਬੱਚਾ। ਬੱਚੇ ਦੀ ਪਹਿਲੀ ਸ਼ੇਪ ਕੀ ਸੀ? ਭਰੂਣ ਮਾਂ ਦੇ ਢਿੱਡ 'ਚ। ਉਦੋਂ ਪਹਿਲੀ ਸ਼ੇਪ ਕੀ ਸੀ? ਸੈੱਲ। ਉਦੋਂ ਪਹਿਲੀ ਸ਼ੇਪ ਕੀ ਸੀ? ਰਸ, ਬਲੱਡ। ਉਦੋਂ ਪਹਿਲੀ ਸ਼ੇਪ ਕੀ ਸੀ? ਰਸ। ਉਦੋਂ ਪਹਿਲੀ ਸ਼ੇਪ ਕੀ ਸੀ? ਖਾਣਾ। ਉਦੋਂ ਪਹਿਲੀ ਸ਼ੇਪ ਕੀ ਸੀ? ਬਾਹਰੋਂ ਕੁਦਰਤ ਇਹਦੇ ਵਿੱਚ ਹੀ ਸੀ, ਸਬਜ਼ੀਆਂ ਰੱਜਾ ਖਾਧਾ ਸੀ। ਏਦਾਂ ਸ਼ੇਪ ਬਦਲੀ ਗਈ, ਅੱਗੇ ਅੱਗੇ ਜਾਈ ਗਿਆ, ਨਾਮ ਬਦਲੀ ਗਏ, ਸ਼ੇਪ ਬਦਲੀ ਗਿਆ, ਪਰ ਇੱਕ ਸੀ, ਇੱਕ ਜਿਹਨੂੰ ਬਾਣੀ ਕਹਿੰਦੀ ਇੱਕ ਹੀ ਹੈ। ਇੱਕ ਰੱਬ ਨਹੀਂ, ਸਾਰਾ ਕੁਝ ਇੱਕ ਹੈ। ਅਰਥ ਇਹ ਕਰਨਾ ਸੀ ਜਦੋਂ ਆਇਆ ਨਾ ਗੁਰਬਾਣੀ 'ਚ ਵੀ ਇੱਕ, ਤੇ ਸਾਡੇ ਲੋਕਾਂ ਨੇ ਇਹਦਾ ਅਰਥ ਕਰ ਲਿਆ ਪਰਮਾਤਮਾ ਇੱਕ ਹੈ। ਇਹ ਅਰਥ ਨਹੀਂ ਬਣਦਾ, ਸਾਰਾ ਕੁਝ ਇੱਕ ਹੈ, ਇਹ ਅਰਥ ਬਣਦਾ। ਜੇ ਤੁਸੀਂ ਇਹ ਅਰਥ ਕਰੋਗੇ ਤੇ ਆਪਣੇ ਆਪ ਨੂੰ ਉਸ ਇੱਕ ਦੇ ਵਿੱਚ ਹੀ ਗਿਣੋਗੇ, ਰੱਬ ਦਾ ਰੂਪ ਗਿਣੋਗੇ, ਰੱਬ ਦਾ ਪਾਰਟ ਗਿਣੋਗੇ। ਜੇ ਅਸੀਂ ਅਰਥ ਇਹ ਕਰਾਂਗੇ ਪਰਮਾਤਮਾ ਇੱਕ ਹੈ, ਨਹੀਂ, ਸਮੁੱਚਾ ਪਸਾਰਾ ਇੱਕ ਹੈ, ਸਮੁੱਚਾ ਪਸਾਰਾ ਇੱਕ ਹੈ, ਤੇ ਉਹਦੇ ਵਿੱਚ ਹੀ ਮੈਂ ਹਾਂ। ਆਪਣੇ ਆਪ ਨੂੰ ਸਮੁੱਚੇ ਪਸਾਰੇ ਦੇ ਵਿੱਚ ਗਿਣ ਲਓ। ਉਦੋਂ ਬਾਅਦ ਜਿੰਨੀਆਂ ਜ਼ਿੰਮੇਵਾਰੀਆਂ ਨੇ ਉਹ ਫਿਰ ਮੇਰੇ ਤੇ ਪੈ ਜਾਣਗੀਆਂ। ਆਪਣੇ ਫਰਜ਼ ਆਪ ਨਿਭਾਉਣੇ ਪੈਣਗੇ, ਆਪਣੇ ਕੰਮ ਆਪ ਕਰਨੇ ਪੈਣਗੇ। ਰੱਬ ਦਾ ਰੂਪ ਬਣ ਗਏ ਹੁਣ ਆਪਾਂ। ਸਮੁੱਚਾ ਪਸਾਰਾ ਇੱਕ ਹੈ, ਉਹੀ ਸਤਨਾਮ ਹੈ, ਉਹੀ ਕਰਤਾਪੁਰ ਕ੍ਰੀਏਟ ਕਰ ਰਹੀ ਹੈ એનર્ਜੀ, ਆਪਣੇ ਆਪ ਨੂੰ ਕਰੀ ਜਾਂਦੀ, ਅੱਗੇ ਅੱਗੇ ਵਧੀ ਜਾਂਦੀ। ਉਹੀ ਨਿਰਭਉ ਹੈ, ਉਹੀ ਨਿਰਵੈਰ ਹੈ, ਉਹੀ ਅਕਾਲ ਮੂਰਤ ਹੈ। ਲਹਿਰ ਖਤਮ ਹੋਈ ਹੈ, ਸਮੁੰਦਰ ਥੋੜਾ ਖਤਮ ਹੋਇਆ, ਅਕਾਲ ਮੂਰਤ ਹੈ, ਉਹੀ ਅਜੂਨੀ ਹੈ, ਉਹੀ ਸਹਿਭੰਗ ਆਪਣੇ ਆਪ ਬਣੀ ਜਾਂਦੀ ਹੈ, ਅੱਗੇ ਅੱਗੇ ਬਣਾ ਨਹੀਂ ਰਿਹਾ ਕੋਈ ਇਹਨੂੰ, ਆਪਣੇ ਆਪ ਬਣ ਰਹੀ ਹੈ, એનર્ਜੀ ਹੈ। ਸਾਰਾ ਕੁਝ ਬਣ ਨਹੀਂ, ਬਣਾਇਆ ਨਹੀਂ ਕਿਸੇ ਨੇ, ਆਪਣੇ ਆਪ ਬਣ ਰਿਹਾ, ਬਣ ਰਿਹਾ ਆਪਣੇ ਆਪ। ਤੁਸੀਂ ਦੱਸੋ, ਬੱਚੇ ਨੂੰ ਕੋਈ ਜਵਾਨ ਆ ਕੇ ਬਣਾਉਂਦਾ ਹੈ ਕਿ ਆਪਣੇ ਆਪ ਹੀ ਬਣ ਜਾਂਦਾ? ਕਿਸੇ ਨੇ ਬਣਾਇਆ ਕਿ ਬਣ ਜਾਂਦਾ? ਜੇ ਕਿਸੇ ਰੱਬ ਨੇ ਬਣਾਇਆ ਹੁੰਦਾ ਫਿਰ ਕਾਮਰੇਡਾਂ ਦੇ ਤਾਂ ਜਵਾਨ ਬਣਦੇ ਹੀ ਨਹੀਂ। ਕੋਈ ਜੇ ਬਣਾਉਂਦਾ ਹੈ ਫਿਰ ਉਹ ਤੇ ਕੁਛ ਨੂੰ ਬਣਾ ਦਿੰਦਾ, ਬਾਕੀ ਤੇ ਨਹੀਂ। ਸਾਰਾ ਕੁਝ ਆਪਣੇ ਆਪ ਬਣ ਰਿਹਾ। ਜਦੋਂ ਬੰਦਾ ਜਵਾਨ ਹੋ ਜਾਂਦਾ ਹੈ, ਬੱਚਾ ਪੈਦਾ ਕਰਨ ਜੋਗਾ ਹੋ ਜਾਂਦਾ ਹੈ, ਉਹ ਸਪੈਸ਼ਲ ਕੋਈ ਸ਼ਕਤੀ ਆਉਂਦੀ ਕਿ ਆਪਣੇ ਆਪ ਇੱਕ ਟਾਈਮ ਆਉਂਦਾ ਹੈ, ਹੌਲੀ 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 ਸਾਲ 2 ਸਾਲ 10 12 20 ਸਾਲ ਦਾ ਹੋ ਗਿਆ, ਆਪਣੇ ਆਪ ਇਦਾਂ ਹੀ ਆਪਣੇ ਆਪ ਹੈ ਸਾਰਾ ਕੁਝ ਕਿ ਕੋਈ ਕਰਦਾ ਹੈ ਆਪਣੇ ਆਪ। ਜਿਹੜਾ ਇਹ ਆਪਣੇ ਆਪ ਹੈ ਇਹਨੂੰ ਸਹਿਭੰਗ ਕਹਿੰਦੇ ਨੇ। ਅਸੀਂ ਕਹਿੰਦੇ ਆ ਰੱਬ ਆਪਣੇ ਆਪ ਹੀ ਬਣਿਆ, ਆ ਸਾਰਾ ਕੁਝ ਵੀ ਤੇ ਆਪਣੇ ਆਪ ਹੀ ਹੋ ਰਿਹਾ, ਕੁਦਰਤ ਵੀ ਤੇ ਆਪਣੇ ਆਪ ਹੀ। ਇਹਨੂੰ ਵੇਖੋ, ਇਹ ਆਪਣੇ ਆਪ ਹੈ, ਕਿਸੇ ਤੇ ਡਿਪੈਂਡ ਥੋੜਾ, ਆਪਣੇ ਆਪ ਹੈ। ਜਿੰਨੇ ਰੱਬ ਦੇ ਗੁਣ ਨੇ ਤੁਹਾਨੂੰ ਕੁਦਰਤ 'ਚ ਦਿਸਦੇ ਨੇ, ਨਜ਼ਰ ਆਉਂਦੇ ਨੇ ਸਾਹਮਣੇ। ਇੱਕ ਇੱਕ ਕੁਆਲਿਟੀ ਵੇਖੋ, ਆਪਣੇ ਆਪ ਹੈ, ਕੋਈ ਕਰ ਨਹੀਂ ਰਿਹਾ, ਹੋ ਰਿਹਾ ਆਪਣੇ ਆਪ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਇੱਕੋ ਹੀ ਪਸਰਿਆ ਹੋਇਆ ਸਾਰੇ ਪਾਸੇ, ਤੇ ਉਸ ਇੱਕ ਦਾ ਰੂਪ ਮੈਂ ਵੀ ਆ, ਤੁਸੀਂ ਵੀ ਹੋ। ਤੇ ਜਿੰਨੇ ਕੰਮ ਰੱਬ ਨੇ ਕਰਨੇ ਨੇ, ਹੁਣ ਕਿੰਨੇ ਕਰਨੇ ਨੇ? ਬੋਲੋ, ਰੱਬ ਨੇ ਕਰਨੇ ਨੇ ਕਿ ਅਸੀਂ ਕਰਨੇ? ਇੱਕ ਦੇ ਰੂਪ ਵਿੱਚ ਅਸੀਂ ਵੀ ਆਉਂਦੇ ਹਾਂ, ਤੇ ਫਿਰ ਫਰਜ਼ ਕੌਣ ਨਿਭਾਊ? ਅਸੀਂ ਆਪ। ਜ਼ਿੰਮੇਵਾਰੀ ਕੌਣ ਨਿਭਾਊ? ਅਸੀਂ ਆਪ। ਸਾਰੇ ਕੰਮ ਸਾਡੇ ਕਰਨ ਵਾਲੇ ਕੌਣ ਕਰੂ? ਅਸੀਂ ਆਪ। ਅਸੀਂ ਕਰਨਾ, ਬਸ ਆਪੇ ਕਰਨਾ ਹੈ। ਹੁਣ ਬੰਦਾ ਗੁਰਦੁਆਰਿਓਂ ਜਾ ਕੇ ਕਹਿੰਦਾ ਹੈ ਮੇਰੇ ਕੰਮ ਹੁਣ ਪਰਮਾਤਮਾ ਆਪੇ ਹੀ ਕਰੂ। ਗੁਰਦੁਆਰੇ ਵਾਲੇ ਤੇ ਆਪ ਤੁਹਾਨੂੰ ਆਵਾਜ਼ਾਂ ਮਾਰਦੇ ਸੀ ਵੀ ਗੁਰਦੁਆਰੇ ਸੇਵਾ ਕਰਕੇ ਜਾਓ, ਝਾੜੂ ਲਾ ਕੇ ਜਾਓ, ਭਾਈ ਇੱਥੇ ਸੇਵਾ ਦੀ ਲੋੜ ਹੈ। ਉਹ ਕਹਿੰਦੇ ਤੂੰ ਕਰ। ਏਦਾਂ ਹੀ ਕਾਜ ਸਵਾਰਦਾ ਹੁੰਦਾ, ਗੁਰਦੁਆਰੇ ਤੇ ਝਾੜੂ ਆਪੇ ਹੀ ਲੱਗਣਾ ਚਾਹੀਦਾ ਸੀ। ਕੋਈ ਸ਼ਕਤੀ ਹੀ ਲਾ ਜਾਂਦੀ ਆ ਕੇ, ਨਾ ਸਫਾਈ ਦੀ ਲੋੜ ਪੈਂਦੀ, ਨਾ ਮਿਸਤਰੀ ਦੀ ਲੋੜ ਪੈਂਦੀ, ਨਾ ਇੱਥੇ ਕਿਸੇ ਚੀਜ਼ ਦੀ ਲੋੜ ਪੈਂਦੀ। ਇੱਥੇ ਤੇ ਆਪਣੇ ਆਪ ਹੋਣਾ ਚਾਹੀਦਾ ਸੀ। ਕਿਉਂ ਬਈ? ਦੁਨੀਆ 'ਚ ਕੋਈ ਧਰਮ ਸਥਾਨ ਹੈ ਜਿੱਥੇ ਸਾਰਾ ਕੁਝ ਆਪਣੇ ਆਪ ਹੁੰਦਾ ਹੈ?
बोलो कौन करता है? रब के बंदे? बंदे करते हैं। तो कौन करू फिर? बंदे। फिर ये लोग कहते क्यों नहीं कि बंदे नूं करना पैना? दसते क्यों नहीं ये लोग भी बंदे नूं करना पैना? समझाते क्यों नहीं? फिर सवाल पता दिमाग च की आउंदा? बाणी ते लिखिया है भी जो जन तुमरी भगत करन ते तिन के काज सवारता। सवाल खड़ा हो गया, अर्थ गलत समझने हैं। काज सवारदा है, ओदी भगती कर लो, ओनू समझ लो। मैनू दसो, मैं कितनी बारी दीवान च गल कर चुकिया, जिस बंदे नू डोले चाहिए है, तू काज सवारना मेरा शरीर फिट हो जाए। नौजवान वीर जेड़ा भी फिट होना चाहता है, डोले चाहता है, भगती कर लै। दस तेरा काज सबरिया कि नहीं? साल बाद जिम लगातार करी जा, डोलियां दी दात मिली कि नहीं मिली? सबर गया कि नहीं काज? पर भगती कर पहला, जो रिक्वायरमेंट है पूरी कर, शर्त पूरी कर। शर्त पूरी भावें कामरेड करे, भावें सिख करे, भावें हिंदू करे, भावें मुसलमान करे, भावें काला करे, भावें गोरा करे, ओदी शर्त पूरी कर दे ते दातां ले लै, काज सवार लै। फिर तू क्रेडिट दे दे, वो सवारदा है। पर साल पहला जिम च मैं गया तां वो काज मेरे सवारदा है। पहला मैं 70 साल तक जिउंदा रहा, मैनू कोई बीमारी नहीं लगी, उन्हें मेरे काज सवारे। पर कहना पैना मैं 70 साल अपनी सेहत का ख्याल रखिया, ये कहना पैना। आउंदी गल पकड़? ऐदां कहो। हुण आपां कहने आ, मैं गुरबाणी कहंदी है रब समझना ही रब पूजना है, रब समझना है। हुण मैनू दसो किहड़ी चीज है जिन्नू समझ के असी सुख नहीं लिया? मिट्टी नू पहला समझे, फिर अग नू समझे, अग नू समझ के पट्ठे लाए, इट्टां पका लिया, मिट्टी नू पका लिया। ये सारा कुछ समझ के असी इट्टां बना लिया, इट्टां बना के घर बना ले, मौजां नाल रहिंदे आ कि नहीं रहिंदे? किन्नू समझे सी? कुदरत नू, मिट्टी नू, अग नू। सानू खजूर वेखी, ये जी शरीर वास्ते गर्म हुंदी है, चंगी हुंदी है, असी खजूर नू समझिया, खाधा ते अपनी जिंदगी च ले आंदा। असी सेब नू वेखिया, असी केले नू वेखिया, असी अंगूर नू वेखिया, असी शहद नू वेखिया, असी समझिया ते समझ के फायदा लिया। समझ के फायदा दिता कि नहीं कुदरत ने? बस रब नू समझी चलो ते फायदा लई चलो। रब मीनज फैलिया होया सारा कुछ, समझी चलो, फायदे लई चलो। अज तक साइंस ने किनू समझिया? कुदरत नू, ते गुरबाणी उसे नू रब कहंदी। समझो, आ फैले हुए एक नू समझो। जिन्ना मर्जी समझ लो, तुहानू लगना भी अगे तो अगे अगाध बोध है, ते निबड़दा ही नहीं किते। तेरा कीता जत होना है। ये तू किन्ना क कर लिया अपने आप नू? ये नहीं भी तू आ सारा कुछ कीता, भी किसी रब ने आ कीता है, नहीं, तू अपने आप को किन्ना क फैला लिया है। वधी जाना है, वधी जाना है। साहिब मेरा नीत नवा, ऐसा नहीं भी तेरा कीता है, तू कोई बंदा है, तू रब है, तू ये सारा कुछ कीता है, नहीं, अपने आप को होर किन्ना क वड्डा करेगा। ये अर्थ है। जिवें आपां कहदे ने किन्ना क लम्मा होएगा, होर कईयां नूं कह नहीं दिंदे भी होर किन्ना क वधेगा, भी अजे 16 सालों का एडा हो गया 6 फुट तक। कईयां नूं कह नहीं दिंदे किन्ना क वधेगा। जेड़ा महाराज कह तू कीता, तू अपने आप को किड्डा कीता, किड्डा करी जाना, हजे भी करी जाना, क्रिएट कर रहा अगे अगे। बस ये नुकता जे किते साडे समझ आ जांदा, सिख कौम वखरी कौम बन जाती। एक नुकता समझ आ जांदा, असी सब तो वखरे सी। रब नूं मनण वाली इत्थे हिंदू ने, रब नूं मनण वाली इत्थे मुसलमान ने, रब नूं मनण वाले बाकी धर्म ने, सिख भी उदां दी ने। असी मनदे रब नूं ही आ, पर समुचे पसारे नूं एक मनदे आ। मैं अपने आप नूं उहदे विच गिणदा, ऐदां मनना सी। इह मनण ते उस मनण च बड़ा फर्क है। फिर समझ आ जाती सी। हिंदू जोगी गुर गुर करे, हिंदू राम नाम उचरे, मुसलमान का एक खुदा है, पर नहीं जी नहीं, कबीर का स्वामी रहे समाए। ये सी फर्क सी। फिर अपनी जिम्मेवारी लत्तां ते भार पै जाना सी। किन्नी जिंदगी सोहनी बन जाती ते सिख वखरी कौम ते आपी बन गई। फिर वखरी सोच आपी वखरी कौम, तुहानू वखरी सोच वखरी कौम बनाउंदी है।
ਅੱਜ ਕੱਲ ਮੈਂ ਸੁਣਦਾ ਸਿੱਖ ਕੌਮ ਦੀ ਹੋਂਦ ਨੂੰ ਖਤਰਾ ਹੈ। ਮੈਂ ਕਹਿੰਦਾ ਹੋਂਦ ਤੇ ਇਹਨਾਂ ਨੇ 300 ਸਾਲ ਪਹਿਲਾਂ ਹੀ ਖਤਮ ਕਰਤੀ ਸੀ। ਕਿਹੜੀ ਹੋਂਦ ਦੀ ਗੱਲ ਕਰਦਾ ਯਾਰ? ਸਾਰੇ ਕੰਮ ਤੇ ਤੂੰ ਉਹਨਾਂ ਤੇ ਕਰਦਾ। ਤੇਰਾ ਇੱਕ ਕਰਮ ਹੈ ਜਿਹੜਾ ਉਹ ਵੱਖਰਾ ਵਿਖਾ ਦੇ। ਧਰਮ ਪਰਿਵਰਤਨ ਹੋਏ ਨੂੰ ਤੇ 300 ਸਾਲ ਹੋ ਗਿਆ। ਕਲਗੀਆਂ ਵਾਲੇ ਪਾਤਸ਼ਾਹ ਦੇ ਜਾਣ ਤੋਂ ਬਾਅਦ ਨਾਲ ਦੀ ਨਾਲ ਸਿੱਖਾਂ ਦਾ ਧਰਮ ਪਰਿਵਰਤਨ ਹੋ ਗਿਆ ਸੀ। ਪੱਗ ਤੇ ਕਸ਼ਹਿਰਾ ਹੈਗਾ, ਪਰ ਕੰਮ ਸਾਰੇ ਜਿਹੜੇ ਨੇ ਉਹ ਪੁਜਾਰੀ ਦੇ ਦੱਸੇ ਹੀ ਕਰਦਾ ਹੈ। ਹੋਂਦ ਤੇ ਇਹਨਾਂ ਨੇ ਕਦੋਂ ਦੀ ਖਤਮ ਕਰਤੀ? ਕੀ ਫਰਕ ਪੈਣਾ? ਉਹ ਕਹਿੰਦੇ ਸਾਡਾ ਹੀ ਇੱਕ ਰੂਪ ਨੇ, ਬਸ ਵੱਡਾ ਇੱਕ ਸਿਸਟਮ ਹੈ, ਉਹਦੇ ਵਿੱਚ ਇਹ ਵੀ ਕੋਈ ਫਰਕ ਨਹੀਂ ਪੈਣਾ ਹੀ ਨਹੀਂ। ਕਿਉਂ ਮਾਰੂ ਅਗਲਾ ਸਾਨੂੰ? ਜਿਹੜੇ ਮਰੇ ਪਏ ਨੇ ਉਹਨਾਂ ਨੂੰ ਕੀ ਮਾਰਨਾ? ਜਿਹੜੇ ਹੈ ਹੀ ਉਦਾਂ ਦੀ ਮੰਨਦੇ ਹੀ ਉਦਾਂ ਨੇ, ਜਿਨ੍ਹਾਂ ਤੋਂ ਖਤਰਾ ਹੀ ਕੋਈ ਨਹੀਂ। ਸਿੱਖ ਕੌਮ ਤੇ ਇਦਾਂ ਦੀ ਕੌਮ ਸੀ, ਢਾਂਚਾ ਹਿੱਲ ਜਾਂਦਾ ਸਾਰਾ। ਇਹਨਾਂ ਦੀ ਸੋਚ ਹੀ ਬੜੀ ਵੱਖਰੀ ਹੈ, ਡਿਫਰੈਂਟ ਤਰੀਕੇ ਨਾਲ ਸੋਚਦੇ ਨੇ। ਇਹਨਾਂ ਦਾ ਰੱਬ ਕਿੱਥੇ ਆ? ਵੱਡਾ ਤੇਰਾ ਦਰਬਾਰ। ਇਹਨਾਂ ਦਾ ਦਰਬਾਰ ਹੀ ਵੱਖਰਾ ਹੈ। ਸੱਚਾ ਦੁੱਧ ਤਖਤ, ਸਿਰ ਸ਼ਾਹ ਪਾਤਸ਼ਾਹ, ਨਿਹਚਲ ਚੌਰ ਛੱਤ। ਤੇਰਾ ਚੌਰ ਆਪੇ ਹੋਈ ਜਾਂਦਾ ਹੈ, ਤੇਰਾ ਨਿਹਚਲ, ਤੇਰਾ ਵੱਡਾ ਦਰਬਾਰ ਹੈ। ਉਹ ਵੱਡਾ ਦਰਬਾਰ ਜਿਹੜਾ ਹਰ ਸਮੇਂ ਹਰ ਥਾਂ ਲੱਗੇ ਰਹਿੰਦਾ। ਕੁਦਰਤ ਤਖਤ ਰਚਾਇਆ, ਆ ਤਖਤ ਰਚਿਆ ਪਿਆ, ਗੱਲ ਹੀ ਵੱਖਰੀ। ਪਰ ਅਰਥ ਜਿਹੜੇ ਨੇ ਸਾਨੂੰ ਏਦਾਂ ਦੇ ਦਿੱਤੇ ਗਏ ਐ, ਅਸੀਂ ਬਾਕੀਆਂ ਵਰਗੇ ਹੀ ਆ। ਜਦੋਂ ਵੀ ਮੈਂ ਸੁਣਦਾ ਸਾਡੀ ਹੋਂਦ ਨੂੰ ਖਤਰਾ ਹੈ, ਤੇ ਮੈਨੂੰ ਇਹ ਲੱਗਦਾ ਹੁੰਦਾ ਹੈ ਵੀ ਹੋਂਦ ਹੈ ਕਿਹੜੀ ਹੈ ਜਿਹਨੂੰ ਖਤਰਾ ਹੈ ਯਾਰ? ਉਹੋ ਜਿਹੀ ਆ, ਉਹਨਾਂ ਦੀ ਬੋਲੀ ਬੋਲਦੇ, ਉਹਨਾਂ ਦੀਆਂ ਗੱਲਾਂ ਕਰਦੇ ਆ, ਉਹੀ ਮੰਨਦੇ ਆ ਜੋ ਅਗਲੇ ਮੰਨਦੇ। ਕੀ ਫਰਕ ਪੈਂਦਾ? ਤਾਂ ਕਰਕੇ ਰੱਬ ਸਮਝਣਾ ਹੀ ਰੱਬ ਪੂਜਣਾ ਹੈ। ਆ ਕੁਦਰਤ ਨੂੰ ਸਮਝੋ ਤੇ ਸੌਖੇ ਹੋਵੋ। ਵੀਰੋ ਮਿੱਟੀ ਨੂੰ ਸਮਝੋ, ਪਾਣੀ ਨੂੰ ਸਮਝੋ, ਨਵੀਆਂ ਨਵੀਆਂ ਫਸਲਾਂ ਸਮਝ ਕੇ ਉਗਾਈਆਂ ਤੁਸੀਂ। ਇੱਕ ਇੱਕ ਚੀਜ਼ ਨੂੰ ਸਮਝਿਆ। ਕਿਸੇ ਨੇ ਟਰੈਕਟਰ ਬਣਾਇਆ ਨਾ ਤੇ ਲੋਹੇ ਨੂੰ ਸਮਝ ਕੇ ਬਣਾਇਆ। ਕਿਸੇ ਨੇ ਜਹਾਜ਼ ਬਣਾਇਆ, ਅੱਗ ਨੂੰ ਸਮਝਿਆ। ਪਹਿਲਾਂ ਅੱਗ ਹੈ, ਤੇਲ ਵਿੱਚ ਅੱਗ ਹੈ, ਸਪੀਡ ਬਣਾਈ ਹੈ ਤੇ ਅੱਗ ਨੂੰ ਸਮਝ ਕੇ ਬਣਾਈ ਹੈ। ਇਹ ਵੀ ਕੁਦਰਤ ਨੂੰ ਸਮਝ ਕੇ ਬਣਿਆ। ਜੋ ਜੋ ਬਣਿਆ ਸਮਝ ਕੇ ਬਣਿਆ। ਜਿੰਨੇ ਇਲਾਜ ਲੱਭਣਗੇ ਕਰੋਨਾ ਦੀ, ਜੇ ਦਵਾਈ ਲੱਭੇਗੀ ਤੇ ਸਮਝ ਕੇ ਲੱਭੇਗੀ। ਕਿਹਨੂੰ ਸਮਝਣਾ ਪਊ ਭਲਾ? ਕੁਦਰਤ ਨੂੰ। ਤੇ ਰੱਬ ਕਿੱਥੇ ਹੈ? ਕੁਦਰਤ ਦੇ ਵਿੱਚ। ਹਰ ਉਹ ਸਾਇੰਟਿਸਟ ਨੂੰ ਉਹਨੂੰ ਸਮਝਣਾ ਪੈਣਾ। ਇਹਨੂੰ ਇਹਦੇ ਵਿੱਚ ਪਿਆ ਇਲਾਜ। ਲੱਭ ਲੈਣਾ, ਕਰ ਲੈਣਾ। ਹਾਂ, ਇਹ ਗੱਲ ਪੱਕੀ ਹੈ ਕਿ ਕੋਈ ਬੰਦਾ ਦੁਨੀਆ 'ਚ ਦਾਅਵਾ ਨਹੀਂ ਕਰ ਸਕਦਾ ਮੈਂ ਸਾਰਾ ਜਾਣ ਲਿਆ। ਜਾਣ ਕਰ ਜਾਣਾ, ਨਾ ਜਾਣਾ ਕੁਛ ਵੀ ਨਹੀਂ ਜਾਣਿਆ। ਸਮਝ ਕੇ ਕਹਿੰਦੇ ਮੈਂ ਇਹ ਸਮਝਿਆ, ਮੈਂ ਕੁਛ ਵੀ ਨਹੀਂ ਸਮਝਿਆ। ਜਾਣ ਕੇ ਕਹਿੰਦੇ ਮੈਂ ਇਹ ਜਾਣਿਆ ਵੀ ਮੈਂ ਤਾਂ ਸਮਝਿਆ ਹੀ ਨਹੀਂ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵੜ। ਹੁਣ ਤੁਸੀਂ ਕਹੋਗੇ ਤੇਰਾ ਕੀਤਾ ਹੈ ਮਤਲਬ ਤੂੰ ਰੱਬ ਹੈ, ਤੂੰ ਸਾਰਾ ਕੁਝ ਕੀਤਾ। ਨਹੀਂ, ਤੂੰ ਆਪਣੇ ਆਪ ਨੂੰ ਕਿੱਡਾ ਵੱਡਾ ਕਰ ਲਿਆ। ਤੂੰ ਕਿੱਡਾ ਨਾਲੇ ਹੋਈ ਜਾਂਦਾ ਵੱਡਾ। ਤੂੰ ਕਿਹੜਾ ਨਿਬੜ ਗਿਆ ਹੁਣ? ਤੂੰ ਤੇ ਹੁਣ ਵੀ ਵੱਡਾ ਹੋਈ ਜਾਂਦਾ। ਤੂੰ ਨਹੀਂ ਕਿਸੇ ਨੂੰ ਵੱਡਾ ਕਰ ਰਿਹਾ, ਤੂੰ ਆਪ ਹੀ ਵੱਡਾ ਹੋਈ ਜਾਂਦਾ। ਆ ਫੈਲਿਆ ਹੋਇਆ ਜਿਹੜਾ ਸਾਡੇ ਵਿੱਚ ਵੀ, ਤੇ ਤੂੰ ਬੁੱਢਾ ਹੋ ਰਿਹਾ। ਆ ਸੈੱਲ ਨੇ ਆਪਣੇ ਆਪ ਹੀ ਵੇਖ, ਆਪਣੇ ਆਪ ਹੀ ਵੱਡਾ ਹੋਈ ਜਾਂਦਾ, ਆਪਣੇ ਆਪ ਹੀ ਬੁੱਢਾ ਹੋਈ ਜਾਂਦਾ, ਆਪਣੇ ਆਪ ਹੀ ਚਿੱਟਾ ਦਾੜੀ ਹੋਈ ਜਾਂਦੀ ਤੇਰੀ। ਆਪਣੇ ਆਪ ਨੂੰ ਏਦਾਂ ਗਿਣ ਕੇ ਵੇਖੋ। ਮੈਂ ਤੇ ਜਦੋਂ ਕਿਸੇ ਬੱਚੇ ਨੂੰ ਵੇਖਦਾ ਮੈਂ ਕਹਿੰਦਾ ਕਿੰਨਾ ਸੋਹਣਾ ਰੱਬ। ਹਰ ਰੂਪ ਉਹਦਾ ਹੈ। ਸਹਿਸ ਤਵ ਨੈਣ, ਸਾਰੇ ਨੈਣ ਤੇਰੇ ਨੇ। ਨਨ ਨੈਣ ਹੈ ਤੂੰ, ਇੱਕ ਵੀ ਅੱਖ ਤੇਰੀ ਨਹੀਂ, ਸਾਰੀਆਂ ਅੱਖਾਂ ਤੇਰੀਆਂ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਹੋਈ। ਤਾਂ ਸਰਬ ਸਾਰੇ ਨੂੰ ਤਾਂ ਪ੍ਰਵਾਨ ਕਰੋਗੇ ਜੇ ਇਦਾਂ ਮੰਨੋਗੇ। ਤੁਸੀਂ ਕਹਿਣਾ ਫੀਨਾ ਹੈ, ਆ ਕਾਲਾ ਹੈ, ਆ ਲੰਬਾ ਹੈ, ਆ ਕਾਲਾ ਹੈ, ਆ ਦੂਜਾ, ਏਦਾਂ ਹੀ ਕਰੀ ਜਾਓਗੇ। ਜਦੋਂ ਸਾਰੇ ਨੂੰ ਪ੍ਰਵਾਨ ਕਰੋਗੇ ਨਾ ਫਿਰ ਗੱਲ ਬਣੂਗੀ। ਸਾਰੇ ਇੱਕ ਨਾਲ ਪਿਆਰ ਕਰਦਾ ਮੈਂ, ਏਦਾਂ ਕਹਿਣਾ ਪੈਣਾ। ਭਗਤ ਨਾਮਦੇਵ ਜੀ ਦੇ ਅਰਥ ਸਮਝ ਚ ਆਉਣਗੇ। ਮੈਂ ਸ਼ਬਦ ਦੀ ਵਿਆਖਿਆ ਸ਼ੁਰੂ ਕਰਦਾ, ਤੁਹਾਨੂੰ ਤਾਂ ਸਮਝ ਆਊ। ਪਹਿਲਾਂ ਪੂਰੀ ਗੱਲ ਸਮਝ ਆ ਜਾਏ। ਜਦੋਂ ਪੂਰੀ ਗੱਲ ਸਮਝ ਆਈ ਫਿਰ ਅੱਗੇ ਸੌਖਾ ਹੋ ਜੂ ਸਮਝਣਾ। ਵੇਖਿਓ, ਸਾਰੇ ਨੂੰ ਪ੍ਰਵਾਨ ਕਰਦਾ ਮੈਂ। ਜਦੋਂ ਮੈਂ ਸਾਰੇ ਨੂੰ ਪ੍ਰਵਾਨ ਕਰਨਾ ਫਿਰ ਫੁੱਲ ਵੀ ਪ੍ਰਵਾਨ ਨੇ ਤੇ ਕੰਡੇ ਵੀ। ਕੋਈ ਬੰਦਾ ਗੁਲਾਬ ਦੇ ਫੁੱਲ ਘਰੇ ਲਾ ਲਵੇ
ਕੀ ਉਹ ਕਹੇਗਾ ਵੀ ਮੈਨੂੰ ਗੁਲਾਬ ਦੇ ਕੱਲੇ ਫੁੱਲ ਪ੍ਰਵਾਨ ਨੇ, ਕੰਡੇ ਪ੍ਰਵਾਨ ਨਹੀਂ? ਜੇ ਬੂਟਾ ਲਾਇਆ ਤੇ ਦੋਵੇਂ ਚੀਜ਼ਾਂ, ਪੱਤੇ ਵੀ, ਜੇ ਬੱਚਾ ਜੰਮਣਾ ਹੈ ਬੱਚੇ ਦੀ ਮੁਸਕਰਾਹਟ ਵੀ ਪ੍ਰਵਾਨ ਕਰਨੀ ਪਊ ਤੇ ਬੱਚੇ ਦੀ ਗੰਦਗੀ ਵੀ ਪ੍ਰਵਾਨ ਕਰਨੀ ਪਊ। ਤੁਹਾਨੂੰ ਜਦੋਂ ਇੱਕ ਨੂੰ ਤੁਸੀਂ ਪਿਆਰ ਕਰਦੇ ਹੋ ਤੇ ਇਹ ਸਮੁੱਚੇ ਪਸਾਰੇ ਨੂੰ ਪ੍ਰਵਾਨਗੀ ਦੇ ਦਿੰਦੇ ਹੋ ਵੀ ਮੈਂ ਇੱਕ ਨੂੰ ਮੰਨਦਾ। ਮੈਂ ਇਹਦਾ ਮਤਲਬ ਮੈਂ ਤੇ ਦੁੱਖ 'ਚ ਵੀ ਮੰਨਦਾ, ਮੈਂ ਜੰਮਣ ਨੂੰ ਵੀ ਮਰਦਾ, ਮੈਂ ਮਰਨ ਨੂੰ ਵੀ ਮੰਨਦਾ, ਮੈਂ ਜਵਾਨੀ ਨੂੰ ਵੀ ਮੰਨਦਾ, ਮੈਂ ਬੁਢੇਪੇ ਨੂੰ ਵੀ ਮੰਨਦਾ, ਮੈਂ ਗੋਰੇ ਨੂੰ ਵੀ ਮੰਨਦਾ, ਮੈਂ ਕਾਲੇ ਨੂੰ ਵੀ ਮੰਨਦਾ, ਮੈਂ ਫੁੱਲਾਂ ਨੂੰ ਵੀ ਮੰਨਦਾ, ਮੈਂ ਕੰਡਿਆਂ ਨੂੰ ਵੀ ਮੰਨਦਾ, ਮੈਂ ਸਾਰੇ ਨੂੰ ਮੰਨਦਾ। ਇਹ ਨਹੀਂ ਪੈਕੇਜ ਹੈ ਪੂਰਾ, ਇਹ ਨਹੀਂ ਮੈਂ ਇੰਨਾ ਕੁ ਮੰਨਦਾ ਇੰਨਾ ਕੁ ਨਹੀਂ ਮੰਨਦਾ, ਮੈਂ ਸਮੁੱਚੇ ਨੂੰ ਮੰਨਦਾ। ਇੱਕ ਨੂੰ ਮੰਨਣ ਦਾ ਅਰਥ ਇਹ ਹੈ ਪ੍ਰੋਬਲਮਾਂ ਨੂੰ ਵੀ ਮੈਂ ਮੰਨਦਾ ਵੀ ਮੈਨੂੰ ਫੇਸ ਕਰਨੀਆਂ ਪੈਣਗੀਆਂ। ਹਾਂ, ਮੈਨੂੰ ਪ੍ਰਵਾਨ ਕੰਡੇ ਤੇ ਫੁੱਲ ਸਾਰਾ ਬੂਟਾ ਹੀ ਪ੍ਰਵਾਨ ਹੈ, ਇੱਕ ਪ੍ਰਵਾਨ ਹੈ, ਪਰ ਹੁਣ ਮੈਂ ਫੁੱਲਾਂ ਤੋਂ ਮਹਿਕ ਲੈਣੀ ਹੈ, ਕੰਡਿਆਂ ਤੋਂ ਬਚ ਕੇ ਚੱਲਣਾ ਹੈ। ਹੁਣ ਮੇਰੀ ਸਿਰਦਰਦੀ ਹੈ, ਪਰ ਪ੍ਰਵਾਨ ਮੈਨੂੰ ਸਾਰੇ ਦਾ ਸਾਰਾ ਹੀ ਹੈ। ਸੁਣਿਓ ਧਿਆਨ ਨਾਲ, ਸਾਨੂੰ ਪ੍ਰਵਾਨ ਏਦਾਂ ਕਰਨਾ ਪੈਣਾ ਵੀ ਕਲਗੀਆਂ ਵਾਲਾ ਵੀ ਪ੍ਰਵਾਨ ਹੈ ਤੇ ਔਰੰਗਜ਼ੇਬ ਵੀ ਪ੍ਰਵਾਨ ਹੈ। ਮੈਨੂੰ ਕਲਗੀਆਂ ਵਾਲੇ ਪਾਤਸ਼ਾਹ ਨਾਲ ਖੜਨਾ ਪੈਣਾ ਤੇ ਔਰੰਗਜ਼ੇਬ ਵਰਗਿਆਂ ਤੋਂ ਬਚ ਕੇ ਚੱਲਣਾ ਪੈਣਾ, ਪਰ ਹੈ ਦੋਵੇਂ ਇੱਕ ਦੇ ਵਿੱਚ ਹੀ ਨੇ। ਪ੍ਰਵਾਨ ਮੈਨੂੰ ਸਾਰਾ ਹੀ ਕਰਨਾ ਪੈਣਾ, ਬਿਮਾਰੀਆਂ ਵੀ ਪ੍ਰਵਾਨ ਕਰਨੀਆਂ ਪੈਣਗੀਆਂ, ਤਕਲੀਫਾਂ ਵੀ ਪ੍ਰਵਾਨ ਕਰਨੀਆਂ ਪੈਣਗੀਆਂ। ਇੱਕ ਨੂੰ ਮੰਨਣ ਦਾ ਮਤਲਬ ਹੈ ਸਮੁੱਚੇ ਨੂੰ ਪ੍ਰਵਾਨਗੀ ਦੇਣੀ। ਮੈਂ ਮੰਨਦਾ, ਸਰਬ ਵਿਆਪੀ ਸਿਸਟਮ ਨੂੰ ਮੈਂ ਮੰਨਦਾ, ਪ੍ਰਵਾਨ ਕਰ ਲਿਆ। ਅਸੀਂ ਇੱਕ ਨੂੰ ਮੰਨਦੇ ਆ, ਮਤਲਬ ਫਿਰ ਸੁਣੋ, ਇੱਕ ਨੂੰ ਮੰਨਣ ਵਾਲਾ ਜਵਾਨੀ ਨੂੰ ਮੰਨੂ, ਬੁਢੇਪੇ ਨੂੰ ਵੀ ਮੰਨੂ, ਜਨਮ ਨੂੰ ਵੀ ਮੰਨੂ, ਮੌਤ ਨੂੰ ਵੀ ਮੰਨੂ, ਫਿਰ ਸਾਰੇ ਨੂੰ ਪ੍ਰਵਾਨ ਕਰ ਲਿਆ। ਇੱਕ ਨੂੰ ਪ੍ਰਵਾਨ ਮਤਲਬ ਇਹ ਹੈ ਸਮੁੱਚੇ ਇੱਕ ਨੂੰ ਪ੍ਰਵਾਨ ਕਰ ਲਓ। ਇੱਥੇ ਫਿਰ ਭਗਤ ਨਾਮਦੇਵ ਜੀ ਦੇ ਸ਼ਬਦ ਦੀ ਮੈਂ ਵਿਆਖਿਆ ਸ਼ੁਰੂ ਕਰਦਾ। ਹੁਣ ਸਮਝਿਓ, ਧਿਆਨ ਨਾਲ ਸਮਝੀ ਜਾਏ। ਇੱਥੇ ਭਗਤ ਨਾਮਦੇਵ ਜੀ ਦਾ ਜਿਹੜਾ ਸ਼ਬਦ ਹੈ ਇਹ ਬਸੰਤ ਰਾਗ ਦਾ, ਤੇ ਮੈਂ ਕਹਿ ਚੁੱਕਿਆ ਕਿ 1195 ਤੇ 96 ਅੰਕ ਤੇ ਹੈ ਸਵਾਏਮਾਨ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ। ਤੇ ਇਹ ਸ਼ਬਦ ਵਿੱਚ ਜਦੋਂ ਸ਼ੁਰੂ ਤੋਂ ਪੜੋਗੇ, ਜਿਹੜੀ ਇਹਦੀ ਰਹਾਉ ਦੀ ਪੰਕਤੀ ਹੈ, ਤੇਰੀ ਭਗਤ ਨਾ ਛੋਡੋ ਭਾਵੇਂ ਲੋਗ ਹੱਸੈ, ਚਰਨ ਕਮਲ ਮੇਰੇ ਹੀਰੇ ਵਸੈ। ਤੇਰੇ ਨਾਲ ਮੇਰਾ ਪਿਆਰ ਪੈ ਗਿਆ, ਤੇਰੇ ਚਰਨ ਕਮਲ, ਹੁਣ ਰੱਬ ਹੈ ਫੈਲਿਆ ਹੋਇਆ, ਇਹਦੇ ਚਰਨ ਕਮਲ ਕੀ ਨੇ? ਆਹੀ ਹੈ, ਸਾਰਾ ਹੀ ਪ੍ਰਵਾਨ ਹੈ। ਸੁਣੋ, ਕਿਸੇ ਬੰਦੇ ਨੂੰ ਪ੍ਰਵਾਨ ਕਰ ਲਿਆ, ਉਹਦੇ ਚਰਨ, ਸਾਰਾ ਕੁਝ ਹੀ ਪ੍ਰਵਾਨ ਹੁੰਦਾ ਨਾ। ਸਾਨੂੰ ਸਾਰਾ ਹੀ ਪ੍ਰਵਾਨ ਹੈ, ਮੇਰੇ ਹਿਰਦੇ 'ਚ ਵਸਿਆ ਹੋਇਆ, ਤੇਰੇ ਨਾਲ ਮੇਰਾ ਪਿਆਰ ਹੈ, ਸਾਰਾ ਤੇਰੇ ਚਰਨ ਨੇ, ਹਰ ਚੀਜ਼ ਤੇਰੇ ਚਰਨ ਨੇ, ਹਰ ਚੀਜ਼। ਜਿਵੇਂ ਗੁਰਬਾਣੀ ਦੇ ਚਰਨ, ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਰੱਬ ਦੇ ਚਰਨ, ਉਹਦੀ ਸਾਰੀਆਂ ਚੀਜ਼ਾਂ ਹੀ ਉਹਦੇ ਚਰਨ ਰੂਪ ਨੇ। ਮੈਨੂੰ ਸਾਰਾ ਹੀ ਪ੍ਰਵਾਨ ਹੈ, ਮੈਂ ਚਰਨ ਫੜ ਲਏ, ਮੈਂ ਤੈਨੂੰ ਫੜ ਲਿਆ, ਤੈਨੂੰ ਪ੍ਰਵਾਨ ਕਰ ਲਿਆ। ਧਿਆਨ ਨਾਲ ਸਮਝਿਓ। ਹੁਣ ਆਪਾਂ ਪਹਿਲੀਆਂ ਪੰਕਤੀਆਂ ਕਿਰਪਾ ਕਰਕੇ, ਹੁਣ ਭਗਤਨ ਤੇਰੀ ਭਗਤ ਨਾ ਛੋਡੋ ਭਾਵੇਂ ਲੋਗ ਹੱਸੈ, ਚਰਨ ਕਮਲ ਮੇਰੇ ਹੀਰੇ। ਬਸ ਹੁਣ ਸ਼ੁਰੂ ਤੋਂ ਸੁਣੋ। ਸਾਹਿਬ ਸੰਕਟ ਵੈ ਸੇਵਕ ਭਜੈ, ਚਰੰਕਾਲ ਨਾ ਜੀਵੈ ਦੋ ਕੁਲ ਲਜੈ। ਮੇਰੀ ਗੱਲ ਸੁਣਿਓ ਧਿਆਨ ਨਾਲ। ਪਰਮਾਤਮਾ ਮੀਨਜ ਸਰਬ ਵਿਆਪਕਤਾ। ਸਰਬ ਵਿਆਪਕਤਾ ਮਤਲਬ ਸਤਨਾਮ, ਸੱਚਾ ਨਿਜਮ, ਸੱਚ। ਸਮਝੋ, ਸੱਚ, ਸਮੁੱਚਾ ਪਸਾਰਾ ਸੱਚ ਹੈ ਤੇ ਮੈਂ ਸੱਚ ਨਾਲ ਜੁੜ ਗਿਆ। ਤੇ ਜਦੋਂ ਸੱਚ ਨਾਲ ਮੈਂ ਜੁੜਦਾ, ਭਗਤ ਨਾਮਦੇਵ ਜੀ ਕਹਿੰਦੇ, ਫਿਰ ਪ੍ਰੋਬਲਮ ਇਹ ਹੈ ਵੀ ਸੱਚ ਨਾਲ ਜੁੜਨ ਕਰਕੇ ਪੰਗੇ ਬੜੇ ਪੈਂਦੇ ਆ, ਸੰਕਟ ਬੜੇ ਆਉਂਦੇ ਆ, ਪ੍ਰੋਬਲਮ, ਮੁਸ਼ਕਲਾਂ ਆਉਂਦੀਆਂ। ਜੇ ਤੁਸੀਂ ਸੱਚ ਸਮਝੋਗੇ, ਸੱਚ ਦੀ ਗੱਲ ਕਰੋਗੇ, ਤੇ ਸੱਚ ਕੁਝ ਹੋਰ ਹੈ, ਆਲੇ ਦੁਆਲੇ ਨੂੰ ਝੂਠ ਪਸੰਦ ਹੈ, ਆਲਾ ਦੁਆਲਾ ਕਹਿੰਦਾ ਉਵੇਂ ਚੱਲੋ ਜਿਵੇਂ ਦੁਨੀਆ ਚੱਲਦੀ ਹੈ। ਪਰ ਜੇ ਤੁਸੀਂ ਸੱਚ ਤੇ ਖੜਦੇ ਐ, ਸੱਚ ਨਾਲ ਪਿਆਰ ਕਰਦੇ ਐ, ਫਿਰ ਸੰਕਟ ਆਉਂਦੇ ਐ। ਤੇ ਭਗਤ ਨਾਮਦੇਵ ਜੀ ਕਹਿੰਦੇ ਐ, ਮੈਂ ਸੰਕਟ ਜਿਹੜੇ ਨੇ ਨਾ ਜਦੋਂ ਪੈਂਦੇ ਐ, ਬੰਦਾ ਸਾਹਿਬ ਨਾਲ ਜੁੜਦਾ, ਸੱਚ ਨਾਲ ਜੁੜਦਾ, ਸੇਵਕ ਨੂੰ ਭੱਜਣਾ ਨਹੀਂ ਚਾਹੀਦਾ, ਡਰਨਾ ਨਹੀਂ ਚਾਹੀਦਾ। ਕਿਉਂਕਿ ਰਹਾਉ ਦੀ ਪੰਕਤੀ ਹੈ ਜਿਹੜੀ, ਉਹ ਹੈ ਤੇਰੀ ਭਗਤ ਨਾ ਛੋਡੋ ਭਾਵੇਂ ਲੋਗ ਹੱਸੈ। ਹੱਸਦੇ ਨੇ ਲੋਕ,
ਵੀ ਦੰਦ ਕੱਢਦੇ ਨੇ ਵੀ ਲੈ ਇਹ ਕਮਲਾ। ਪਰ ਇੱਕ ਗੱਲ ਵੇਖੋ, ਬੱਚਾ ਛੋਟਾ ਜਿਹਾ, ਹੁਣ ਬਾਹਰ ਬਰਸਾਤ ਹੋ ਜਾਏ, ਮੀਂਹ ਪੈਂਦਾ, ਗੜੇ ਪੈਣ ਲੱਗ ਜਾਣ, ਆਪਾਂ ਜਿਹੜੇ ਸਿਆਣੇ ਆ ਆਪਾਂ ਤੇ ਦਿਮਾਗੀ ਆ, ਅਕਲ ਵਾਲੇ ਮੰਨਦੇ ਆ ਆਪਣੇ ਆਪ ਨੂੰ। ਆਪਾਂ ਬਰਸਾਤ ਦੇ ਵਿੱਚ ਏਦਾਂ ਭਿੱਜਾਂਗੇ ਆਪਾਂ? ਭਲਾ ਨਹੀਂ, ਆਪਾਂ ਬਚਾਂਗੇ, ਕੱਪੜੇ ਖਰਾਬ ਹੋ ਜਾਣਗੇ। ਕੱਪੜੇ ਜੇ ਵਧੀਆ ਪਾਏ ਹੋਣ ਤੇ ਟੈਨਸ਼ਨ ਵੀ ਜ਼ਿਆਦਾ ਹੁੰਦੀ, ਮੇਰੇ ਕੱਪੜੇ ਲਿਬੜ ਨਾ ਜਾਣ, ਖਰਾਬ ਨਾ ਹੋ ਜਾਣ। ਕਹਿੰਦੇ ਐ ਉਹ ਜਿਹੜਾ ਬੱਚਾ ਹੈ, ਜੇ ਉਹਨੇ ਬਾਹਰ ਖੇਡਣਾ ਹੋਇਆ, ਨਿਆਣੇ ਨੇ, ਉਹ ਤੇ ਮਸਤ ਹੋ ਕੇ ਕੱਪੜੇ ਲਵੇੜ ਲਏਗਾ, ਚਿੱਕੜ ਚ ਵੜ ਜਾਏਗਾ। ਛੋਟੇ ਬੱਚਿਆਂ ਨੂੰ ਤੁਸੀਂ ਕਦੇ ਚਿੱਕੜ ਚ ਵਾੜ ਕੇ ਵੇਖਿਓ? ਵਾੜਨੇ ਚਾਹੀਦੇ ਐ। ਛੋਟੇ ਨਿਆਣਿਆਂ ਨੂੰ ਮਿੱਟੀ 'ਚ ਖਿਡਾਉਣਾ ਚਾਹੀਦਾ। ਜਿੰਨਾ ਮਿੱਟੀ 'ਚ ਲਿਟੇਗਾ, ਖੇਡੇਗਾ, ਉਹਦੀ ਇਮਿਊਨਿਟੀ ਜਿਹੜੀ ਹੈ ਵਧੀਆ ਬਣ ਜਾਂਦੀ ਹੈ। ਇਮਿਊਨ ਸਿਸਟਮ ਜਿਹੜਾ ਹੈ ਉਹਦਾ ਚੰਗਾ ਬਣੇਗਾ। ਆਪਾਂ ਕਰੋਨਾ ਵਾਇਰਸ ਜਿਹੜਾ ਨਾ ਇੰਡੀਆ 'ਚ ਬਹੁਤ ਜ਼ਿਆਦਾ ਨਹੀਂ ਫੈਲਿਆ, ਇਹਦਾ ਕਾਰਨ ਸਾਡੀ ਇਮਿਊਨਿਟੀ ਹੈ। ਇਮਿਊਨ ਸਿਸਟਮ ਇੰਡੀਅਨ ਲੋਕਾਂ ਦਾ ਗੋਰਿਆਂ ਨਾਲੋਂ ਚੰਗਾ ਹੈ। ਗੋਰਿਆਂ ਵਿੱਚ ਜਿੱਥੇ ਚੰਗੀਆਂ ਚੀਜ਼ਾਂ ਬਹੁਤ ਨੇ, ਉੱਥੇ ਸਾਡੇ ਵਿੱਚ ਇੱਕ ਚੀਜ਼ ਬਹੁਤ ਚੰਗੀ ਹੈ। ਪਤਾ ਕੀ? ਵੇਖੋ, ਮੈਂ ਨੋਟ ਕੀਤੀ ਇਹ ਗੱਲ। ਆਪਾਂ ਮਿੱਟੀ 'ਚ ਖੇਡਦੇ ਆ, ਸਵਾਹ ਨਾਲ ਲਿਬੜਦੇ ਆ, ਧੁੱਪ ਸਿੱਧੀ ਪੈਂਦੀ ਹੈ, ਰੂੜੀਆਂ ਤੇ ਖੇਡਦੇ ਲੋਕ, ਨਿਆਣੇ, ਘੱਟਾ ਮਿੱਟੀ। ਆ ਅੱਜ ਕੱਲ ਵੇਖੋ ਸਾਹ ਲੈਣਾ ਕਿੰਨਾ ਔਖਾ, ਧੂਆਂ ਕਿੰਨਾ, ਅੰਦਰ ਵੀ ਧੂਆਂ ਹੈ, ਦਰਬਾਰ 'ਚ ਵੀ ਧੂਆਂ ਵੜ ਗਿਆ, ਕਿੰਨਾ ਆਲੇ ਦੁਆਲੇ ਪਰਾਲੀਆਂ ਨੂੰ ਅੱਗ ਲੱਗੀ ਹੋਈ ਹੈ, ਕਿੰਨੇ ਲੋਕ ਬਿਮਾਰ ਨੇ, ਕਿੰਨੇ ਲੋਕ, ਸਾਹ ਦਾ ਮਰੀਜ਼ ਕੋਈ ਮਾਰੀ ਜਾਵੇ, ਇੰਨਾ ਧੂਆਂ ਹੈ। ਜਿਹੜਾ ਮਰਿਆ ਰੱਬ ਨੇ ਮਾਰਿਆ ਕਿ ਸਾਡੇ ਸਿਸਟਮ ਨੇ? ਅੱਗਾਂ ਕਿੰਨੇ ਲਾਈਆਂ? ਰੱਬ ਲਾ ਕੇ ਗਿਆ ਕਿ ਆਪਾਂ ਹੀ ਲਾਈਆਂ? ਆਪਾਂ ਹੀ ਲਾਈਆਂ। ਉਹ ਜਿੰਨੇ ਮਰੇ ਕਿੰਨੇ ਮਾਰੇ? ਆਪਾਂ ਹੀ। ਜਿਹੜੇ ਜ਼ੁਕਾਮ, ਨਜ਼ਲੇ, ਖੰਘਾਂ ਲੱਗ ਰਹੀਆਂ ਨੇ, ਕਿੰਨੇ ਲਾਈਆਂ? ਰੱਬ ਨੇ ਕਿ ਆਪੇ? ਆਪਾਂ ਹੀ ਲਾਈਆਂ। ਇਹਦਾ ਹੱਲ ਕੌਣ ਲੱਭੂ ਜੀ? ਰੱਬ ਕਿ ਆਪਾਂ? ਕੋਈ ਪਰਾਲੀ ਦਾ ਹੱਲ ਕਰੇ, ਕੋਈ ਸਰਕਾਰ ਕਰੇ, ਕੋਈ ਜ਼ਿਮੀਂਦਾਰ ਕਰਨ, ਕਿਵੇਂ ਨਾ ਕਿਵੇਂ ਰਲ ਕੇ ਕਰਨ, ਕੁਛ ਕਰਨਗੇ, ਬੰਦੇ ਕਰਨਗੇ, ਆਪਾਂ ਹੀ ਹੱਲ ਕਰਨਾ ਹੈ। ਅੱਛਾ, ਹੁਣ ਵੇਖੋ ਕਿੰਨਾ ਮਿੱਟੀ, ਘੱਟਾ, ਧੂਆਂ। ਆਪਾਂ ਹਰ ਸਾਲ ਇਹ ਮਿੱਟੀ ਏਦਾਂ ਧੂਏ ਦੇ ਵਿੱਚ ਰਹੇ ਆ, ਤੇ ਸਾਡੀ ਬਾਡੀ ਨੇ ਧੂਏ ਨਾਲ ਲੜਨਾ ਹੌਲੀ ਹੌਲੀ ਸਿੱਖ ਲਿਆ। ਠੀਕ ਹੈ। ਹੁਣ ਅਮਰੀਕਾ, ਕੈਨੇਡਾ, ਇੰਗਲੈਂਡ 'ਚ ਵੇਖੋਗੇ, ਉੱਥੇ ਲੋਕ ਜਿਹੜੇ ਹੈ ਉਹ ਸਾਫ਼ ਸੁਥਰੇ ਥਾਂ 'ਚ ਰਹੇ ਹੈ, ਮਿੱਟੀ ਨੂੰ ਬੱਚੇ ਨੂੰ ਲੱਗੀ ਨਹੀਂ, ਘੱਟਾ ਲੱਗਿਆ ਨਹੀਂ, ਇਮਿਊਨ ਸਿਸਟਮ ਤਕੜਾ ਬਣਿਆ ਨਹੀਂ। ਜਿੰਨਾ ਬਾਹਰੋਂ ਘੱਟਾ, ਮਿੱਟੀ, ਰੂੜੀਆਂ, ਉਹ ਫਾਈਟ ਕਰਦੀ ਹੈ ਬਾਡੀ, ਓਨੀ ਬਾਡੀ ਆਪਣੇ ਆਪ ਨੂੰ ਤਕੜਾ ਕਰ ਲੈਂਦੀ ਹੈ। ਸਰੀਰ ਆਪਣੇ ਆਪ ਨੂੰ ਤਕੜਾ ਕਰਦਾ, ਕਿਉਂਕਿ ਬਾਹਰ ਸਿਸਟਮ ਇਦਾਂ ਦਾ ਹੁੰਦਾ ਹੈ। ਹੁਣ ਸਾਨੂੰ ਜੇ ਇੱਕ ਬਾਹਰਲੇ ਗੋਰੇ ਨੂੰ ਭਰਿੰਡ ਲੜ ਜੇ, ਇੱਕ ਭਰਿੰਡ ਲੜ ਜੇ, ਭਰਿੰਡ ਸਾਡੇ ਵਾਲੇ ਕਹਿੰਦੇ ਹੁੰਦੇ ਨੇ ਭੂੰਡ, ਭਰਿੰਡ ਲੜ ਜੇ ਸਾਡੇ ਵਾਲਿਆਂ ਨੂੰ ਤੇ ਬਾਹਰਲੇ ਗੋਰੇ ਨੂੰ, ਤੇ ਉਹਨੂੰ ਡਾਕਟਰ ਕੋਲ ਜਾਣਾ ਪੈਂਦਾ, ਸੁੱਜ ਹੀ ਜਾਂਦਾ ਸਾਰਾ। ਇੱਕ ਭਰਿੰਡ ਲੜ ਗਈ, ਗੋਰਾ ਸੁੱਜ ਜਾਂਦਾ। ਤੇ ਜੇ ਗੋਰੇ ਨੂੰ 4-5 ਭਰਿੰਡਾਂ ਲੜ ਜਾਣ, ਗੋਰਾ ਮਰ ਜਾਂਦਾ। ਉਹਦਾ ਇਮਿਊਨ ਸਿਸਟਮ ਏਡਾ ਮਾੜਾ, ਕਿਉਂਕਿ ਮੱਖੀਆਂ ਨੇ ਕਦੇ ਕੱਟਿਆ ਹੀ ਨਹੀਂ, ਭਿੰਡਾਂ ਕਦੇ ਵੱਢੀਆਂ ਹੀ ਨਹੀਂ, ਮਖਿਆਲ, ਡੂਮਣਾ ਕਦੇ ਲੜਿਆ ਹੀ ਨਹੀਂ। ਅੱਛਾ, ਸਾਡੇ ਜੇ 10 ਭਰਿੰਡਾਂ ਵੀ ਲੜ ਜਾਣ, ਸਾਨੂੰ ਤਾਂ ਕੁਝ ਨਹੀਂ ਹੁੰਦਾ ਨਹੀਂ। ਆਪਣੇ 10-10 ਲੜ ਜਾਂਦੀਆਂ ਨੇ, ਕਦੇ ਡੂਮਣਾ ਲੜ ਗਿਆ, ਕਦੇ ਡੂਮਣਾ ਮਗਰ ਪੈ ਗਿਆ, ਕਦੇ ਕਿਤੇ ਭਰਿੰਡ ਲੜ ਗਈ, ਕਿਤੇ ਕੀੜਾ ਲੜ ਗਿਆ। ਕੀੜਾ ਲੜ ਜੇ ਉਹ ਡਾਕਟਰ ਕੋਲ ਜਾਣਾ ਪੈਂਦਾ, ਇੱਕਦਮ ਅਲਰਜੀ ਹੋ ਜਾਂਦੀ ਹੈ। ਪਰ ਸਾਡੇ ਕੀੜੇ ਲੜ ਕੇ ਸਾਡੀ ਬਾਡੀ ਨੂੰ ਪਤਾ ਵੀ ਲੜਦਾ ਹੀ ਹੁੰਦਾ। ਸਾਡਾ ਸਰੀਰ ਗਿੱਝਿਆ ਹੋਇਆ ਹੈ, ਸਾਡੇ ਸਰੀਰ ਨੂੰ ਹੈਬਿਟ ਬਣ ਗਈ, ਆਦਤ ਬਣ ਗਈ। ਇਸ ਕਰਕੇ ਇੰਡੀਆ ਦੇ ਵਿੱਚ ਇਮਿਊਨਿਟੀ ਜਿਹੜੀ ਹੈ, ਇਮਿਊਨ ਸਿਸਟਮ ਜਿਹੜਾ ਹੈ, ਉਹ ਬਾਹਰ ਨਾਲੋਂ ਸਟਰੋਂਗ ਹੈ। ਕਰੋਨਾ ਵਾਇਰਸ ਆਇਆ ਬਹੁਤ ਹੈ, ਪਰ ਉਹਨਾਂ ਫੈਲਿਆ ਨਹੀਂ, ਠੀਕ ਵੀ ਹੋ ਗਏ ਬੰਦੇ, ਮੌਤਾਂ ਘੱਟ ਹੋਈਆਂ। ਕਾਰਨ ਕੀ ਸੀ? ਇਮਿਊਨ ਸਿਸਟਮ ਸਾਡਾ ਉਹਨਾਂ ਨਾਲੋਂ ਵਧੀਆ। ਅਸੀਂ 15 ਕੁ ਦਿਨ ਪੈ ਕੇ ਉੱਠ ਜਾਂਦੇ ਹਾਂ, ਠੀਕ ਹੋ ਜਾਂਦੇ ਹਾਂ, ਸਾਡੀ ਬਾਡੀ ਆਪਣੇ ਆਪ ਨੂੰ ਠੀਕ ਕਰ ਲੈਂਦੀ ਹੈ। ਆ ਗਈ ਗੱਲ ਪਕੜ 'ਚ? ਆਪਣੇ ਆਪ ਅਸੀਂ ਜਿਹੜਾ ਹੈ ਠੀਕ ਹੋ ਜਾਂਦੇ ਹਾਂ। ਹੁਣ ਗੱਲ ਕੀ ਕਰ ਰਹੇ ਸੀ ਆਪਾਂ? ਸ਼ਬਦ ਵਿਚਾਰ, ਬਈ ਬੱਚਾ
ਆ ਬੱਚਾ ਛੋਟਾ, ਹਾਂ ਮੈਂ ਗੱਲ ਇਹ ਕਹਿ ਰਿਹਾ ਸੀ, ਉਹ ਜਿਹੜਾ ਛੋਟਾ ਬੱਚਾ ਹੈ ਉਹ ਖੇਡਦਾ ਨਹੀਂ, ਇਹ ਕਹਿ ਰਿਹਾ ਸੀ ਬੱਚਿਆਂ ਨੂੰ ਖੇਡਣ ਦਿਆ ਕਰੋ। ਹੁਣ ਆਪਾਂ ਸਾਰੇ ਕੀ ਕਰਦੇ ਆ, ਆਪਾਂ ਕਹਿੰਦੇ ਆ ਲੈ ਦੱਸ ਲਿਬੜ ਗਿਆ, ਤੇ ਜੇ ਕੋਈ ਦੂਜਾ ਬੰਦਾ ਵੇਖ ਕੇ ਹੱਸਦਾ ਕਹਿੰਦਾ ਲੈ ਆ ਲੈ ਕਿਵੇਂ ਲਿਟਦਾ ਹੈ ਪਾਣੀ 'ਚ, ਕਿਵੇਂ ਮੀਂਹ ਵਿੱਚ ਲਿਟਦਾ, ਕਿਵੇਂ ਚਿੱਕੜ 'ਚ ਲਿਟਦਾ, ਅਗਲਾ ਨੱਕ ਮੂੰਹ ਵੱਟਦਾ ਹੈ ਤੇ ਵੱਟੀ ਜਾਵੇ। ਨਿਆਣਾ ਨਜ਼ਾਰਾ ਲੈ ਰਿਹਾ ਕਿ ਨਹੀਂ ਲੈ ਰਿਹਾ? ਉਹ ਤੇ ਖੁਸ਼ ਬਹੁਤ ਹੈ, ਉਹ ਤੇ ਅੰਦਰੋਂ ਹੱਸ ਰਿਹਾ। ਉਹਦੇ ਵੱਲ ਵੇਖ ਕੇ ਚਾਰ ਬੰਦੇ ਦੁਖੀ ਹੁੰਦੇ ਨੇ, ਹੋਈ ਜਾਣ। ਜਿਹੜੇ ਹੱਸਦੇ ਨੇ ਹੱਸ ਲੈਣ, ਕੀ ਫਰਕ ਪੈਂਦਾ? ਉਹ ਹੱਸ ਰਹੇ ਨੇ, ਲੈ ਲਿਟੀ ਜਾਂਦਾ ਹੈ ਲੈ, ਪਰ ਨਜ਼ਾਰਾ ਜ਼ਿੰਦਗੀ ਦਾ ਉਹ ਲੈ ਰਿਹਾ। ਉਹ ਮੀਂਹ ਨੂੰ ਵੇਖਦਾ ਨਹੀਂ, ਉਹ ਮੀਂਹ ਨੂੰ ਮਾਣਦਾ ਹੈ। ਉਹ ਬਰਸਾਤ ਨੂੰ ਵੇਖਦਾ ਨਹੀਂ, ਉਹ ਬਰਸਾਤ ਨੂੰ ਮਾਣਦਾ ਹੈ। ਉਹ ਚਿੱਕੜ ਨੂੰ ਵੇਖਦਾ ਥੋੜਾ ਹੈ, ਉਹ ਚਿੱਕੜ ਨੂੰ ਮਾਣਦਾ ਹੈ। ਉਹ ਸਵਾਦ ਲੈਂਦਾ। ਅਸੀਂ ਤੇ ਬਚਦੇ ਆ, ਉਹ ਮਾਣਦਾ। ਅਸੀਂ ਪਰੇ ਨੂੰ ਕਰਦੇ ਆ, ਉਹ ਐ ਹੱਥ ਕਰਕੇ ਗਲਵਕੜੀ ਪਾ ਰਿਹਾ ਕੁਦਰਤ ਦੇ ਨਾਲ, ਰੱਬ ਦੇ ਸਾਹਮਣੇ ਵਾਲੇ ਰੱਬ ਨੂੰ ਸਮਝਦਾ ਹੈ, ਸਵਾਦ ਲੈ ਰਿਹਾ, ਆਨੰਦ ਲੈ ਰਿਹਾ। ਸਮਝਣਾ ਬਈ ਪਿਆਰਿਓ, ਹੁਣ ਉਹ ਸਵਾਦ ਲੈ ਰਿਹਾ। ਕਈ ਕਮਲੇ ਉਹਦੇ ਵੱਲ ਵੇਖ ਕੇ ਹੱਸਦੇ ਨੇ। ਹੁਣ ਮੈਨੂੰ ਜਵਾਬ ਦਿਓ, ਨਿਆਣਾ ਖੁੱਲਦਾ ਨਾ, ਛਡਾ ਕੇ ਭੱਜਦਾ ਨਾ, ਨਜ਼ਾਰਾ ਲੈਂਦਾ ਨਾ, ਇਹ ਠੀਕ ਹੈ ਕਿ ਦੰਦ ਕੱਢਦੇ ਨੇ ਕੱਢੀ ਜਾਣ, ਇੱਕ ਵਾਰੀ ਨਜ਼ਾਰਾ ਲੈ ਲਵੇ, ਇਹ ਠੀਕ ਹੈ? ਨਜ਼ਾਰਾ ਲੈ ਲਵੇ ਕਿ ਨਹੀਂ? ਨਹਾਵੇ ਯਾਰ, ਲੈ ਲਵੇ ਸਵਾਦ। ਲਿਬੜਦੇ ਨੇ ਕੱਪੜੇ, ਲਿਬੜ ਜਾਣ, ਜੋ ਹੁੰਦਾ ਹੋ ਜਾਏ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਐ, ਹੱਸਦੇ ਨੇ ਹੱਸੀ ਜਾਣ, ਅਸੀਂ ਆਪਣਾ ਹਾਸਾ ਵੇਖਣਾ, ਅਸੀਂ ਆਪਣੀ ਖੁਸ਼ੀ ਵੇਖਣੀ। ਮੈਨੂੰ ਚੰਗਾ ਕੀ ਲੱਗਦਾ, ਮੈਂ ਠੀਕ ਕਿਵੇਂ, ਮੈਨੂੰ ਸਵਾਦ ਆ ਰਿਹਾ, ਬਸ ਮੈਨੂੰ ਨਹੀਂ ਪਤਾ। ਹੱਸਦੇ ਨੇ ਹੱਸਦੇ ਨੇ, ਦੰਦ ਕੱਢਦੇ ਨੇ ਕੱਢ ਲਓ, ਕਮਲਾ ਕਹਿੰਦੇ ਨੇ ਕਹੀ ਜਾਓ, ਪਾਗਲ ਕਹਿੰਦੇ ਨੇ ਕਹੀ ਜਾਓ, ਤੁਹਾਡੇ ਕਹਿਣ ਨਾਲ ਕੀ ਹੁੰਦਾ? ਮੈਨੂੰ ਪਤਾ ਹੈ ਕਿ ਮੈਂ ਖੁਸ਼ ਹਾਂ, ਤੇ ਸਾਨੂੰ ਚੰਗੀ ਗੱਲ ਹੈ। ਤੇ ਭਗਤ ਨਾਮਦੇਵ ਜੀ ਨੇ ਉਹ ਆਨੰਦ ਮਾਣਿਆ ਜਿਹੜਾ ਉਹ ਨਹੀਂ ਮਾਣ ਸਕਦੇ ਦੂਰ ਖੜੇ ਹੱਸਣ ਵਾਲੇ। ਉਹ ਤੇ ਹੱਸ ਹੀ ਸਕਦੇ ਆ, ਉਹ ਵੀ ਆਰਟੀਫੀਸ਼ਲ ਹਾਸਾ ਹੈ, ਨਕਲੀ ਹਾਸਾ ਹੈ। ਪਰ ਭਗਤ ਨਾਮਦੇਵ ਜੀ ਕਹਿੰਦੇ ਐ, ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੇ। ਕਹਿੰਦੇ ਮੈਨੂੰ ਸਵਾਦ ਆ ਰਿਹਾ ਹੈ ਸੱਚ ਤੇ ਤੁਰਨ ਦਾ, ਤੇ ਬਸ ਹੱਸੀ ਜਾਓ। ਤੁਹਾਡੇ ਹੱਸਣ ਨਾਲ ਕਿਆ ਹੋ ਜੂ ਬਈ, ਕੱਢੀ ਜਾਓ ਦੰਦ। ਅੱਛਾ, ਅੱਗੇ ਜਦੋਂ ਤੇਰੀ ਭਗਤ ਨਾ ਛੋਡੋ ਭਾਵੇਂ, ਪੰਗਤੀਆਂ ਖੋਲ ਕੇ ਗਾ, तेरी भगत ना छोड़ो भावें लोग हंसे, चरण कमल मेरे ही अरे बसे। तेरे चरण कमल मेरे हिरदे च बसदे, तेनू असीं प्यार करदे हां, बस गल खत्म। हसदे ने असीं, फिर थोड़ा लोकां अल वेखीदा। फिर हुण एक सवाल है, इधर सुणो। भगत नामदेव जी नूं सवाल पुछदे आ ਵੀ ਤੁਹਾਡੇ 'ਚ ਬੜਕ ਕਿੱਥੋਂ ਆਈ, ਤੁਹਾਡੇ 'ਚ ਇਹ ਇੰਨੀ ਤਾਕਤ ਕਿੱਥੋਂ ਆਈ, ਤੁਸੀਂ ਲੋਕਾਂ ਦਾ ਪਰਵਾਹ ਕਿਉਂ ਛੱਡਤੀ, ਤੁਸੀਂ ਹੁਣ ਦੁਨੀਆ ਦੀ ਪਰਵਾਹ ਕਿਉਂ ਨਹੀਂ ਕਰਦੇ? ਸਾਡਾ ਇਹ ਸਵਾਲ ਹੈ, ਹਰ ਬੰਦਾ ਤੇ ਕਰਦਾ ਹੈ ਯਾਰ, ਵੀ ਲੋਕੀ ਕੀ ਕਹਿਣਗੇ, ਦੁਨੀਆ ਕੀ ਕਹੂਗੀ, ਵੀ ਤੁਸੀਂ ਇੰਨੇ ਸਟਰੋਂਗ ਕਿਵੇਂ ਹੋ ਗਏ? ਇਹ ਸਵਾਲ ਹੈ ਭਗਤ ਨਾਮਦੇਵ ਜੀ ਤੇ। ਆਪਾਂ ਕਈ ਵਾਰੀ, ਮੇਰੇ ਨਾਲ ਵੀ ਬੰਦੇ ਗੱਲ ਕਰਦੇ ਆ, ਆਪਾਂ ਮਿਲਦੇ ਆ, ਕਈ ਵਾਰੀ ਪੁੱਛ ਵੀ ਲੈਂਦੇ ਆ, ਭਾਈ ਸਾਹਿਬ ਤੁਸੀਂ ਐਡਾ ਪੰਗਾ ਲੈ ਲੈਂਦੇ ਹੋ ਇਹਨਾਂ ਨਾਲ, ਵੀ ਤੁਹਾਨੂੰ ਡਰ ਨਹੀਂ ਲੱਗਦਾ? ਇਹ ਸਟਰੋਂਗ ਬੰਦਾ ਕਿਵੇਂ ਹੋ ਜਾਂਦਾ? ਕਈ ਵਾਰੀ ਬੰਦਾ ਸਵਾਲ ਪੁੱਛ ਲੈਂਦਾ। ਮੇਰੀ ਗੱਲ ਛੱਡੋ, ਭਗਤ ਨਾਮਦੇਵ ਜੀ ਜਿਹੜਾ ਜਵਾਬ ਦਿੰਦੇ ਆ, ਉਹ ਕਹਿੰਦੇ ਆ ਹਰ ਬੰਦਾ ਲੜਦਾ ਹੈ, ਸਟਰੋਂਗ ਹਰ ਬੰਦਾ ਹੁੰਦਾ ਹੈ, ਸਟੈਂਡ ਹਰ ਬੰਦਾ ਲੈ ਸਕਦਾ ਹੈ, ਹਰ ਬੰਦੇ ਦੇ ਵਿੱਚ ਤਾਕਤ ਹੁੰਦੀ ਹੈ ਲੜਨ ਦੀ, ਸਟਰੋਂਗ ਹਰ ਕੋਈ ਹੁੰਦਾ। ਬਾਹਰੋਂ ਨਹੀਂ ਹੁੰਦਾ ਵੀ ਫਲਾਣੇ ਬੰਦੇ 'ਚ ਤਾਕਤ ਜ਼ਿਆਦਾ, ਇਹਨੂੰ ਪਤਾ ਨਹੀਂ ਰੱਬ ਦੀ ਖਾਸ ਕਿਰਪਾ ਇਹਦੇ ਤੇ। ਨਹੀਂ ਨਹੀਂ ਨਹੀਂ, ਹਰ ਬੰਦਾ ਹੀ ਸਟਰੋਂਗ ਹੈ, ਪਰ ਉਹ ਜਿਹਦੇ ਨਾਲ ਜੁੜਿਆ ਹੁੰਦਾ ਉਹਦੇ ਲਈ ਸਟਰੋਂਗ ਹੁੰਦਾ ਹੈ, ਜਿਹਦੇ ਨਾਲ ਪਿਆਰ ਕਰਦਾ ਉਹਦੇ ਨਾਲ, ਉਹਦੇ ਲਈ ਕਰਦਾ ਹੈ। ਇਹ ਨਹੀਂ ਹੁੰਦਾ ਬੰਦਾ ਸਟੈਂਡ ਨਹੀਂ ਲੈਂਦਾ। ਲੈ ਦੱਸ ਕਿਉਂ ਨਹੀਂ ਲੈਂਦਾ ਸਟੈਂਡ?
ਅਸੀਂ ਕਹਿੰਦੇ ਆ ਗੁਰਬਾਣੀ ਵਾਸਤੇ ਅਸੀਂ ਸਟੈਂਡ ਲੈਣਾ ਵੀ ਗੁਰਬਾਣੀ ਗੱਲ ਲੌਜਿਕ ਦੀ ਕਰਦੀ ਹੈ, ਸਾਨੂੰ ਅੱਜ ਜੋ ਵੀ ਦਿੱਤਾ ਮੈਜਿਕ ਦੱਸਿਆ, ਕਰਾਮਾਤਾਂ ਦੱਸਿਆ, ਆਪਾਂ ਨਹੀਂ ਮੰਨਦੇ। ਹੁਣ ਸਟੈਂਡ ਲੈ ਲਿਆ, ਅਗਲਾ ਕਹਿੰਦਾ ਐ ਸਟੈਂਡ ਕਿਵੇਂ ਲੈ ਲਿਆ, ਗੁਰੂ ਨਾਨਕ ਲਈ ਕਿਵੇਂ ਬੰਦਾ ਖੜ ਜੇ, ਕਬੀਰ ਲਈ ਕਿਵੇਂ ਖੜ ਜੇ, ਭਗਤ ਰਵਿਦਾਸ ਮਹਾਰਾਜ ਲਈ ਬੰਦਾ ਕਿਵੇਂ ਖੜ ਜੇ, ਐ ਕਿਵੇਂ ਖੜ ਜੇ। ਪਰ ਭਾਈ ਖੜਿਆ ਜਾ ਸਕਦਾ ਹੈ, ਹਰ ਬੰਦਾ ਖੜਦਾ ਹੈ, ਮਰਨ ਮਾਰਨ ਤੱਕ ਚਲੇ ਜਾਂਦਾ ਹੈ, ਪਰ ਜਿਹਦੇ ਨਾਲ ਪਿਆਰ ਹੋਵੇ। ਜਿਵੇਂ ਦੱਸੋ, ਮੈਨੂੰ ਜਵਾਬ ਦੇ ਦਿਓ, ਸਾਡੀ ਬੱਚੀ ਨੂੰ ਸਾਡੇ ਸਾਹਮਣੇ ਕੋਈ ਹੱਥ ਲਾ ਸਕਦਾ? ਮਰਨ ਮਾਰਨ ਤੱਕ ਕਿਹੜਾ ਮਾਪਾ ਨਹੀਂ ਜਾਂਦਾ? ਤੁਸੀਂ ਸਭ ਤੋਂ ਭੋਲਾ ਜਿਹਾ ਲੱਭ ਰਹੇ ਹੋ ਤੇ ਕਦੇ ਕਿਸੇ ਨੂੰ ਥੱਪੜ ਨਹੀਂ ਮਾਰਿਆ, ਉਹਦੀ ਘਰ ਵਾਲੀ ਨੂੰ, ਉਹਦੀ ਧੀ ਨੂੰ ਹੱਥ ਲਾ ਕੇ ਵਿਖਾਓ, ਮਰਨ ਮਾਰਨ ਤੱਕ ਜਾਊ ਨਹੀਂ? ਕਿਉਂ ਜਾਂਦਾ? ਕਿਉਂਕਿ ਉਹਦੇ ਨਾਲ ਉਹਦਾ ਇਹ ਬੜਕ ਉਹਦੇ ਵਿੱਚ ਸੀ ਕਿ ਕਿਸੇ ਨੇ ਬਾਹਰੋਂ ਪਾਈ ਸੀ। ਬਸ ਉਹਦਾ ਨਾਲ ਪਿਆਰ ਹੈ। ਭਗਤ ਨਾਮਦੇਵ ਜੀ ਕਹਿੰਦੇ ਸਾਡਾ ਉਹਦੇ ਨਾਲ ਪਿਆਰ ਹੈ, ਅਸੀਂ ਉਹਦੇ ਲਈ ਖੜ ਗਏ। ਖੜ ਸਾਰੇ ਸਕਦੇ ਹੈ, ਤਾਕਤ ਸਾਰਿਆਂ ਵਿੱਚ ਹੈ, ਪਰ ਉਹ ਕਿਸੇ ਹੋਰ ਲਈ ਖੜਦੇ ਹੈ, ਕਹਿੰਦੇ ਅਸੀਂ ਇੱਥੇ ਖੜੇ। ਪਰ ਇਹ ਨਹੀਂ ਹੁੰਦਾ ਵੀ ਕਿਸੇ ਚ ਹੁੰਦੀ ਨਹੀਂ, ਹਰੇਕ ਚ ਹੀ ਹੁੰਦੀ ਹੈ, ਹਰ ਬੰਦਾ ਖੜ ਸਕਦਾ ਹੈ, ਕਿਸੇ ਚ ਬਾਹਰੋਂ ਥੋੜਾ ਆਉਂਦੀ ਹੈ। ਅਗਲਾ ਕਹਿੰਦਾ ਯਾਰ ਤਵੀ ਤੇ ਕਿਵੇਂ ਬੈਠਿਆ ਜਾ ਸਕਦਾ, ਮਰਿਆ ਕਿਵੇਂ ਜਾ ਸਕਦਾ? ਹਰ ਬੰਦਾ ਹੀ ਮਰ ਸਕਦਾ ਹੈ। ਤੈਨੂੰ ਕੋਈ ਕਹਿ ਦੇ ਤੇਰੇ ਪੁੱਤ ਨੂੰ ਤਵੀ ਤੇ ਭਾਵਾਂਗੇ ਜਾਂ ਫਿਰ ਤੈਨੂੰ ਭਾਵਾਂਗੇ, ਇੱਕ ਚੁਣ ਲੈ। ਤੇਰੇ ਸਾਹਮਣੇ ਭਾਉਣ ਲੱਗੇ ਆ, ਇਹਨੂੰ ਭਾ ਕੇ ਖਤਮ ਕਰੀਏ ਕਿ ਤੈਨੂੰ ਪੁੱਤ ਨੂੰ ਭਾਉਣਾ ਹੋਵੇ? ਉਧਰੋਂ ਬੰਦੇ ਨੂੰ ਪੁੱਛ ਲੈਣ ਕੀ ਚੁਣੋਗੇ, ਬੱਚਾ ਨੂੰ ਭਾ ਦਿਓ ਕਿ ਮੈਨੂੰ ਭਾ ਦਿਓ? ਬੋਲੋ, ਮੈਨੂੰ ਭਾ ਦਿਓ। ਤੇ ਭਗਤ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਆ ਗੁਰਬਾਣੀ ਦੇ ਵਿੱਚ ਏਦਾਂ ਲਿਖੋ, ਸਾਡੀ ਮਰਜ਼ੀ ਦਾ ਇਹਦੇ ਵਿੱਚ ਐਡ ਕਰ ਦਿਓ, ਇਹਦੇ ਚ ਐਡ ਕਰੋਗੇ ਜਾਂ ਤੁਹਾਨੂੰ ਤਵੀ ਤੇ ਭਾਈਏ? ਮਹਾਰਾਜ ਕਹਿੰਦੇ ਗੁਰਬਾਣੀ ਖਤਮ ਨਹੀਂ ਕਰਨੀ, ਮੈਨੂੰ ਕਰ ਦਿਓ। ਕਹਿੰਦੇ ਮੇਰੇ ਪੁੱਤ ਨੂੰ ਖਤਮ ਨਾ ਕਰੋ, ਜਿਵੇਂ ਆਮ ਬੰਦਾ ਕਹਿੰਦਾ ਹੈ ਮੇਰੇ ਪੁੱਤ ਨੂੰ ਖਤਮ ਨਾ ਕਰੋ, ਮੈਨੂੰ ਕਰ ਦਿਓ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਨੂੰ ਖਤਮ ਕਰ ਦਿਓ, ਗੁਰਬਾਣੀ ਨਹੀਂ ਮੈਂ ਖਤਮ ਹੋਣ ਦੇਣੀ, ਐਡ ਨਹੀਂ ਮੈਂ ਕਰਨ ਦਿੰਦਾ। ਪਿਆਰ ਉਹਨਾਂ ਦਾ ਵੀ ਤੇ ਹੈ, ਪਿਆਰ ਸਾਡੇ 'ਚ ਵੀ ਹੁੰਦਾ ਹੈ, ਸਾਡਾ ਕਿਸੇ ਲਈ, ਉਹਨਾਂ ਦਾ ਕਿਸੇ ਹੋਰ ਲਈ, ਉਹ ਕਿਸੇ ਸੱਚ ਲਈ ਗਾਲੀ ਗਾਲੀ। ਬਸ ਇਹ ਨਹੀਂ ਵੀ ਬਾਹਰੋਂ ਆਉਂਦਾ ਹੈ, ਹਰੇਕ ਦੇ ਵਿੱਚ ਹੁੰਦਾ ਹੈ, ਕਿਸੇ 'ਚ ਬਾਹਰੋਂ ਨਹੀਂ ਕੁਝ ਪਾਇਆ ਜਾ ਸਕਦਾ, ਹੁੰਦਾ ਹੈ, ਹਰ ਇੱਕ ਚੀਜ਼ ਹੁੰਦਾ ਹੈ। ਮਰ ਮਟਦਾ ਹੈ ਜੀ, ਅਗਲਾ ਸਟੈਂਡ ਲੈ ਲੈਂਦਾ, ਖੜ ਜਾਂਦਾ। ਇਹਦਾ ਫਿਰ ਜਵਾਬ ਦਿੰਦੇ ਭਗਤ ਨਾਮਦੇਵ ਜੀ, ਬੰਦਾ ਖੜ ਕਿਵੇਂ ਜਾਂਦਾ ਹੈ? ਕਹਿੰਦੇ ਜੈਸੇ ਆਪਣੇ ਧਨ ਹੈ ਪ੍ਰਾਨੀ ਮਰਨ ਮੰਡ ਹੈ, ਆਪਣੇ ਪੈਸੇ ਲਈ, ਆਪਣੇ ਧਨ ਲਈ ਬੰਦਾ ਮਰਨ ਤੱਕ ਜਾਂਦਾ ਹੈ। ਬਸ ਕਹਿੰਦੇ ਤੈਸੇ ਸੰਤ ਜਨਾ ਰਾਮ ਨਾਮ ਨਾ ਛੱਡ। ਪਰ ਕਹਿੰਦੇ ਇਦਾਂ ਹੀ ਅਸੀਂ ਉਹਦੇ ਨਾਲ ਕਰਦੇ ਹਾਂ, ਰਮੇ ਨਾਲ ਅਸੀਂ ਪਿਆਰ ਕਰਦੇ ਹਾਂ। ਰਮਿਆ ਜਿਹੜਾ ਸਾਡਾ ਰਾਮ ਹੈ, ਜਿਹੜਾ ਸਰਬ ਵਿਆਪੀ ਹੈ, ਉਹਦੇ ਨਾਲ ਅਸੀਂ ਪਿਆਰ ਕਰਦੇ ਹਾਂ। ਜਿਵੇਂ ਇੱਕ ਬੰਦਾ ਪੈਸੇ ਕਰਕੇ ਉਹਨੂੰ ਨਹੀਂ ਛੱਡਦਾ, ਕਹਿੰਦੇ ਅਸੀਂ ਇਹਨੂੰ ਨਹੀਂ ਛੱਡਦੇ। ਕਹਿੰਦੇ ਇਹ ਜਵਾਬ ਹੈ ਮੇਰਾ। ਲੋਕੀ ਮਾਇਆ ਪਿੱਛੇ ਮਰ ਮਿਟਦੇ ਨੇ, ਕਹਿੰਦੇ ਅਸੀਂ ਇਹਦੇ ਪਿੱਛੇ ਖੜ ਕੇ ਬਸ। ਆਉਦੀ ਗੱਲ ਪਕੜ ਅੱਗੇ ਸੁਣੋ। गंगा गया गोदावरी संसार के कामा, नारायण सो प्रसन्न होए तां सेवक नामा। ਕਹਿੰਦੇ ਉਹ ਕਹਿੰਦੇ ਗੰਗਾ ਜਾਣਾ, ਗੋਦਾਵਰੀ ਜਾਣਾ, ਇਹਦਾ ਸਿੱਧਾ ਅਰਥ ਹੈ ਤੀਰਥਾਂ ਤੇ ਫਿਰਨਾ। ਇਹ ਦੁਨੀਆ ਦੇ ਕੰਮ ਨੇ, ਸਾਡੇ ਕੰਮ ਨੇ। ਤੀਰਥਾਂ ਤੇ ਨਹਾਉਣਾ, ਤੀਰਥਾਂ ਤੇ ਤੁਰੇ ਫਿਰਨਾ, ਕਦੇ ਇੱਥੇ ਕਦੇ ਇੱਥੇ ਕਦੇ ਇੱਥੇ, ਕਹਿੰਦੇ ਇਹ ਲੋਕਾਂ ਦੇ ਕੰਮ ਨੇ। ਅਸੀਂ ਤੇ ਉਹਨੂੰ ਪ੍ਰਸੰਨ ਕਰਨ ਵਾਲੇ ਪਾਸੇ ਤੁਰਦੇ ਆ। ਤੇ ਪ੍ਰਸੰਨ ਉਹ ਉਦੋਂ ਹੁੰਦਾ ਹੈ ਜਦੋਂ ਮੈਂ ਉਹਦੀਆਂ ਸ਼ਰਤਾਂ ਪੂਰੀਆਂ ਕਰਦਾ, ਉਹ ਮੇਰੇ ਤੇ ਖੁਸ਼ ਹੋ ਜਾਂਦਾ। ਪਹਿਲਾਂ ਉਹਦੀ ਸ਼ਰਤ ਪੂਰੀ ਕਰਨੀ, ਕੁਦਰਤ ਦੀ ਸ਼ਰਤ ਪੂਰੀ ਕਰਨੀ ਪੈਂਦੀ ਹੈ ਨਾ। ਜੇ ਡੋਲੇ ਲੈਣੇ ਨੇ ਤੇ ਜਿਮ ਕਰਨੀ ਪਊ, ਉਹ ਖੁਸ਼ ਹੋ ਜਾਂਦਾ। ਮੈਂ ਇਹਦੇ ਤੇ ਧਿਆਨ ਦੇਣਾ ਵੀ ਉਹਨੂੰ ਖੁਸ਼ ਕਿਵੇਂ ਕਰਨਾ ਹੈ। ਮੈਂ ਤੀਰਥਾਂ ਤੂਰਥਾਂ ਤੇ ਭਟਕਦਾ ਨਹੀਂ ਫਿਰਦਾ, ਐਵੇਂ ਟਾਈਮ ਖਰਾਬ ਕਰੋ। ਮੈਂ ਉਹਨੂੰ ਸਮਝਦਾ ਤੇ ਸਮਝ ਕੇ ਉਹਦੀਆਂ ਸ਼ਰਤਾਂ ਪੂਰੀਆਂ ਕਰਕੇ ਦਾਤਾ ਪ੍ਰਸੰਨ ਕਰ ਲੈਣਾ, ਉਹਨੂੰ ਖੁਸ਼ ਕਰ ਲੈਣਾ। ਕੁਦਰਤ ਨੂੰ ਖੁਸ਼ ਕਰ ਲੋ, ਉਹਦੀਆਂ ਸ਼ਰਤਾਂ ਪੂਰੀਆਂ ਕਰ ਲੋ, ਖੁਸ਼ ਕਰ ਲੋ, ਲੈ ਲੋ, ਬਸ ਖੁਸ਼ ਹੋ ਜਾਂਦਾ। ਕਹਿੰਦੇ ਮੈਂ ਨਹੀਂ ਨਹਾਉਂਦਾ ਫਿਰਦਾ ਤੀਰਥਾਂ ਤੇ, ਅਸੀਂ ਤੇ ਸਾਡਾ ਤੇ ਗਿਆਨ ਤੀਰਥ ਹੈ।
ਮੇਰਾ ਤੀਰਥ ਸ਼ਬਦ ਵਿਚਾਰ ਨਿਤ ਨਿਤ ਨਾਈਏ ਨਿਤ ਨਿਤ ਨਾਈਏ ਸਾਡਾ ਤੀਰਥ ਸ਼ਬਦ ਵਿਚਾਰ ਨਿਤ ਨਿਤ ਨਾਈਏ ਨਿਤ ਨਿਤ ਨਾਈਏ ਸਾਡਾ ਤੀਰਥ ਸ਼ਬਦ ਵਿਚਾਰ ਨਿਤ ਨਿਤ ਨਾਈਏ ਨਿਤ ਨਿਤ ਨਾਈਏ ਗੱਜ ਕੇ ਸਾਡਾ ਤੀਰਥ ਸ਼ਬਦ ਵਿਚਾਰ ਨਿਤ ਨਿਤ ਨਾਈਏ ਨਿਤ ਨਿਤ ਨਾਈਏ ਵਿਚਾਰ ਨਿਤ ਨਿਤ ਨਾਈਏ ਸਾਡਾ ਤੀਰਥ ਨਿਤ ਨਿਤ ਨਾਈਏ ਨਿਤ ਨਿਤ ਨਾਈਏ ਸਾਡਾ ਤੀਰਥ ਸ਼ਬਦ ਵਿਚਾਰ ਨਿਤ ਨਿਤ ਨਾਈਏ ਨਿਤ ਨਿਤ ਨਾਈਏ ਤੀਰਥ ਸ਼ਬਦ ਵਿਚਾਰ ਨਿਤ ਨਿਤ ਨਾਈਏ ਨਿਤ ਨਿਤ ਨਾਈਏ ਸਾਡਾ ਤੀਰਥ ਸ਼ਬਦ ਵਿਚਾਰ ਨਿਤ ਨਿਤ ਨਾਈਏ ਨਿਤ ਨਿਤ ਨਾਈਏ ਗੱਜ ਕੇ ਸਾਡਾ ਤੀਰਥ ਸ਼ਬਦ ਵਿਚਾਰ ਨਿਤ ਨਿਤ ਨਾਈਏ ਨਿਤ ਨਿਤ ਨਾਈਏ ਸ਼ਬਦ ਵਿਚਾਰ ਨਿਤ ਨਿਤ ਗੱਜ ਕੇ ਨਾਈਏ ਸਾਡਾ ਤੀਰਥ ਨਿਤ ਨਿਤ ਨਾਈਏ ਨਿਤ ਨਿਤ ਨਾਈਏ ਗੁਰ ਗਿਆਨ ਸਾਚਾ ਥਾਨ ਤੀਰਥ ਅਸੀਂ ਤੇ ਉੱਥੇ ਲਾਉਂਦੇ ਭਗਤ ਨਾਮਦੇਵ ਜੀ ਕਹਿੰਦੇ ਆ ਆਨੰਦ ਹੀ ਬਹੁਤ ਲੈਂਦੇ ਵੇਖੋ ਨਾ ਹੁਣ ਐਸੇ ਮਹਾਪੁਰਖ ਇਹੋ ਜਿਹੇ ਪਿਆਰੇ ਇਹੋ ਜਿਹੇ ਉਹਨਾਂ ਨੂੰ ਭਗਤ ਕਹਿ ਲੋ ਤੁਸੀਂ ਭਗਤ ਮੀਨਜ ਫੈਨ ਰਮੇ ਦੇ ਫੈਨ ਨੇ ਯਾਰ ਜਿੱਦਾਂ ਆਪਾਂ ਆਮ ਕਹਿੰਦੇ ਫਲਾਣਾ ਬੰਦਾ ਫਲਾਣੇ ਦਾ ਬੜਾ ਭਗਤ ਹੈ ਫੈਨ ਉਹ ਇਹਦੇ ਨਾਲ ਪਿਆਰ ਕਰਦੇ ਜਿਵੇਂ ਸਾਇੰਟਿਸਟ ਵੀ ਤੇ ਫੈਨ ਹੀ ਹੁੰਦੇ ਨੇ ਕੁਦਰਤ ਦੇ ਰੱਬ ਨੂੰ ਲੱਭਦੇ ਫਿਰਦੇ ਨੇ ਸਾਇੰਸ ਰੱਬ ਕੁਦਰਤ ਨੂੰ ਖੋਜਦੀ ਐਡੇ ਐਡੇ ਵਾਲ ਵਧਾ ਲੈਂਦੇ ਨੇ ਖਾਣ ਦਾ ਟਾਈਮ ਨਹੀਂ ਪਤਾ ਨਹੀਂ ਕੀ ਕੀ ਖੋਜਾਂ 'ਚ ਲੱਗੇ ਰਹਿੰਦੇ ਦਿਨ ਰਾਤ ਫੈਨ ਹੁੰਦੇ ਨੇ ਲੱਭ ਕੇ ਹਟਣਾ ਭਗਤ ਨੇ ਇੰਟਰਸਟਡ ਨੇ ਸ਼ੌਂਕ ਰੱਖਦੇ ਇਸੇ ਤਰ੍ਹਾਂ ਆ ਜਿਹੜੇ ਭਗਤ ਨਾਮਦੇਵ ਸਾਹਿਬ ਜੀ ਨੇ ਸਾਡੇ ਕਬੀਰ ਸਾਹਿਬ ਜੀ ਨੇ ਕਮਾਲ ਦੀ ਵਿਚਾਰਧਾਰਾ ਹੈ ਪਰ ਪ੍ਰੋਬਲਮ ਇਹ ਹੈ ਨਾ ਸਮਝੇ ਨਾ ਵਿਚਾਰਿਆ ਵੇਖਿਆ ਹੀ ਨਹੀਂ ਇਹਨਾਂ ਦੇ ਫੈਨ ਬਣਦੇ ਸਮਝਦੇ ਅਸੀਂ ਹੁਣ ਇੱਕ ਗੱਲ ਹੋਰ ਤੁਹਾਨੂੰ ਮੈਂ ਕਹਿ ਦਿਆਂ ਗਿਆਨ ਹੈ ਨਾ ਜਿਹੜਾ ਗਿਆਨ ਇਹ ਕਿਤਾਬਾਂ 'ਚ ਨਹੀਂ ਹੁੰਦਾ ਗਿਆਨ ਹੈ ਜਿਹੜਾ ਇਹ ਤੁਹਾਡੀ ਪਿਆਸ ਵਿੱਚ ਹੁੰਦਾ ਹੈ ਤੁਹਾਡੀ ਤੜਪ 'ਚ ਹੁੰਦਾ ਹੈ ਤੁਹਾਡੀ ਤੀਬਰ ਇੱਛਾ ਵਿੱਚ ਹੁੰਦਾ ਹੈ ਤੁਹਾਡੇ ਪਿਆਸ ਵਿੱਚ ਹੁੰਦਾ ਹੈ ਜੇ ਤੁਸੀਂ ਨਾ ਪਿਆਸ ਹੋਵੇ ਅੰਦਰ ਫਿਰ ਕਿਤਾਬਾਂ ਤੋਂ ਬਿਨਾਂ ਹੀ ਸਮਝ ਆਈ ਜਾਂਦਾ ਇਹ ਸੱਚ ਹੈ ਉਹ ਗੱਲਾਂ ਵੀ ਸਮਝ ਆਉਂਦੀਆਂ ਜਿਹੜੇ ਕਿਤੇ ਨਹੀਂ ਲਿਖੀਆਂ ਆਪਣੇ ਆਪ ਆਉਂਦੀਆਂ ਗਿਆਨ ਤੁਹਾਡੀ ਪਿਆਸ 'ਚ ਹੈ ਤੁਹਾਡੀ ਤੜਪ 'ਚ ਹੈ ਹੁਣ ਇਹਦਾ ਅਰਥ ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਕਿਤਾਬਾਂ ਨਾ ਪੜ੍ਹੋ ਮਤਲਬ ਉਲਟ ਨਾ ਲੈ ਜਾਓ ਮਤਲਬ ਇਹ ਕਹਿ ਰਿਹਾ ਮੈਂ ਵੀ ਅੰਦਰ ਇੱਕ ਤੜਪ ਹੋਵੇ ਜੇ ਤਾਂ ਤੁਸੀਂ ਤੜਪ ਹੈ ਨਹੀਂ ਕਿਤਾਬ ਪੜ੍ਹ ਰਹੇ ਹੋ ਰੱਟਾ ਲੱਗ ਜੂ ਰਿਪੀਟ ਕਰੀ ਜਾਓਗੇ ਉਹ ਤੇ ਤੁਸੀਂ ਨਾ ਬੰਦੇ ਨੂੰ ਸੁਣਾ ਦਿਓ ਬੰਦੇ ਨੂੰ ਰੱਟਾ ਲਵਾ ਦਿਓ ਕਿਸੇ ਨਿਆਣੇ ਨੂੰ ਤੁਸੀਂ 16 ਸਾਲ ਰੱਟਾ ਲਵਾਇਆ ਤੇ ਰੱਟਾ ਲਾ ਕੇ ਉਹਦੇ ਪੇਪਰ ਲੈ ਲਓ ਹਾਂ ਬੇਟਾ ਸੁਣਾ ਉਹਨੇ ਪੜ੍ਹ ਕੇ ਸੁਣਾਤਾ ਲਿਖ ਕੇ ਸੁਣਾਤਾ ਇਹ ਕੀ ਹੈ ਇਹ ਤੇ ਤੁਸੀਂ ਆ ਫੋਨ ਹੈ ਮੇਰੇ ਹੱਥ 'ਚ ਇਹਦੇ ਵਿੱਚ ਇਹਨੂੰ ਸੁਣਾਈ ਚੱਲੋ ਰਿਕਾਰਡ ਕਰੀ ਚੱਲੋ ਜਦੋਂ ਜੀ ਕਰੇ ਇਹਦੇ ਤੋਂ ਸੁਣ ਲਿਓ ਉਹੀ ਤੁਹਾਡਾ ਰਿਕਾਰਡ ਕੀਤਾ ਵਾਪਸ ਸੁਣਾਈ ਦਿੰਦਾ ਇਹ ਕੀ ਮਹਾਨਤਾ ਹੈ ਬਈ ਸਾਲ ਬੱਚੇ ਨੂੰ ਪੜ੍ਹਾ ਕੇ ਮੁੜ ਕੇ ਬੱਚੇ ਤੋਂ ਲਿਖਾ ਲਓ ਵੀ ਹਾਂ ਉਹ ਕਾਕਾ ਪੜ੍ਹ ਕੇ ਸੁਣਾ ਉਹਨੇ ਤੁਹਾਨੂੰ ਵਾਪਸ ਸੁਣਾਤਾ ਇਹ ਕੀ ਹੈ ਇਹ ਤੇ ਰੱਟਾ ਹੈ ਇਹ ਤੇ ਤੁਸੀਂ ਦਿੱਤਾ ਸੀ ਤੁਹਾਨੂੰ ਉਹਨੇ ਵਾਪਸ ਦੇ ਦਿੱਤਾ ਉਹਦਾ ਆਪਣਾ ਕਿੱਥੇ ਹੈ ਇਹਨੂੰ ਕਾਮਨ ਸੈਂਸ ਕਹਿੰਦੇ ਨੇ ਜਿਹਨੂੰ ਕਹਿੰਦੇ ਨੇ ਪਿਓ ਦਾਦੇ ਕਾ ਖੋਲ ਰਿਠਾ ਖਜ਼ਾਨਾ ਉਹ ਕਹਿੰਦੇ ਨੇ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾਕਾ ਕਸ਼ੂ ਨਾ ਮੋਲ ਭਰੇ ਪਟਾਰ ਅਖੂਟ ਅਤੋਲ ਖਾਵੇਂ ਖਰਚੇ ਰਲ ਮਿਲ ਪਾਈ
ਟੋਟ ਨਾ ਆਵੇ ਵੱਧ ਤੋਂ ਜਾਈ। ਨਿਬੜਦਾ ਥੋੜਾ ਉਹ। ਹੁਣ ਜਿੰਨਾ ਕੁ ਰਿਕਾਰਡ ਕੀਤਾ ਸੀ ਉਹਨਾਂ ਕੁ ਫੋਨ ਵਿੱਚ, ਪਰ ਕਹਿੰਦੇ ਉਹ ਖੂਹ ਹੈ ਜਿਹੜਾ, ਉਹਦੇ ਤੋਂ ਜਿੰਨਾ ਮਰਜ਼ੀ ਕੱਢੀ ਜਾਓ ਫਿਰ ਉਨਾ ਹੀ ਆਈ ਜਾਂਦਾ। ਹੁਣ ਜੇ ਵੀਰੋ ਭਰਾਵੋ ਭੈਣੋ ਇੱਕ ਹੈ ਰੱਟਾ ਲਵਾਈ ਜਾਓ ਨਿਆਣਿਆਂ ਨੂੰ ਪੜ੍ਹਾਤਾ, ਇੱਕ ਹੁੰਦਾ ਪਿਆਸ ਤੜਫ, ਤੇ ਗਿਆਨ ਹੈ ਜਿਹੜਾ ਤੁਹਾਡੀ ਤੜਫ ਚ ਹੈ। ਫਿਰ ਤੁਸੀਂ ਕਿਤਾਬ ਲੱਭਣੀ ਹੈ, ਉਹਨੂੰ ਵੇਖਣਾ, ਮੈਂ ਪੜ੍ਹ ਕੇ ਵੇਖਾਂਗਾ। ਜੇ ਤੁਹਾਨੂੰ ਕੋਈ ਬੰਦਾ ਮਿਲ ਗਿਆ, ਤੁਸੀਂ ਕਹਿਣਾ ਮੇਰੇ ਅੰਦਰ ਸਵਾਲ ਨੇ, ਇਹਨੂੰ ਪੁੱਛ ਕੇ ਵੇਖਾਂ। ਆ ਮੇਰੇ ਅੰਦਰ ਇੱਕ ਵਿਸ਼ਾ ਹੈ ਯਾਰ, ਇਹਦੇ ਬਾਰੇ ਗੱਲ ਕਰਾਂ ਭਲਾ, ਇਹਦੇ ਨਾਲ ਕੀ ਬੋਲਣਾ, ਇਹਦੇ ਬਾਰੇ ਇਹਦਾ ਪੁਆਇੰਟ ਆਫ ਵਿਊ ਕੀ ਹੈ, ਮੇਰਾ ਨਜ਼ਰੀਆ ਇਹ ਹੈ, ਇਹਦਾ ਨਜ਼ਰੀਆ ਕੀ, ਮੇਰਾ ਆਈਡੀਆ ਇਹ ਹੈ, ਇਹਦਾ ਆਈਡੀਆ ਕੀ ਹੈ। ਤੁਸੀਂ ਇੱਛਾ ਰੱਖਦੇ ਆ, ਇੱਛਾ ਦਾ ਮਤਲਬ ਹੈ ਤੁਹਾਡਾ ਰੋਮ ਰੋਮ ਇੱਛਾ ਰੱਖੇ। ਇੱਛਾ ਕੀ ਹੈ, ਡਿਮਾਂਡ ਕੀ ਹੈ। ਹੁਣ ਡਿਮਾਂਡ ਸਾਡੀ ਜਿੰਨੇ ਬੈਠੇ ਆਪਾਂ ਭੈਣਾਂ ਵੀ ਵੀਰ ਵੀ, ਸਾਡੇ ਮੇਰੇ ਜਥੇ ਵਾਲੇ, ਇੱਛਾ ਸਾਡੀ ਕੀ ਹੈ ਭਲਾ? ਸਫ਼ਰ ਕਰਨਾ 3 ਘੰਟੇ, ਤੇ ਨੋਟ ਕਰ ਲਿਓ ਵੀ ਕੀ ਰਿਕਾਰਡ ਕਰਕੇ ਚੱਲਿਆ, ਵੀ ਕੀ ਸੁਣੇਗਾ ਰਾਹ ਚ 3 ਘੰਟੇ ਕੀ ਸੁਣੇਗਾ, ਰਿਕਾਰਡ ਕੀ ਕੀਤਾ। ਔਰ ਟਿਕਟੋਕ ਚ ਚੱਲੀ ਗਈ, ਸ਼ੂਗਰ ਹੈ, ਨਹੀਂ ਤਾਂ ਟਿਕਟੋਕ ਹੀ ਰਿਕਾਰਡ ਕਰ ਲੈਣੀ, ਨਵੀਆਂ ਨਵੀਆਂ ਵੇਖੀ ਚੱਲਾਂਗੇ, ਆਹ ਦੇਖ ਲਈ, ਆਹ ਦੇਖ ਲਈ, ਆ ਫਲਾਣਾ ਆ ਗਿਆ, ਫਲਾਣਾ ਆ ਮੁੱਖ ਮੰਤਰੀ ਦੀ ਆ ਗਈ, ਆ ਭਾਬੀ ਆ ਗਈ, ਆ ਦੂਜਾ ਆ ਗਿਆ, ਤੀਜਾ ਆ ਗਿਆ। ਸੱਚੀ ਏਦਾਂ ਨਹੀਂ, ਕਿਉਂ ਬਈ? ਇੰਟਰਸਟਡ ਕੀ ਹੈ ਯਾਰ, ਬੰਦਾ ਸ਼ੌਂਕ ਕੀ ਰੱਖਦਾ ਇੱਥੇ ਵੀ ਮੈਂ 3 ਘੰਟੇ ਸਫ਼ਰ ਕਰਨਾ, ਕੀ ਸੁਣੂ? ਇੱਥੋਂ ਹਿਸਾਬ ਲਾ ਲਓ ਵੀ ਬੰਦੇ ਦੀ ਪਿਆਸ ਕਿਹੜੀ ਚੀਜ਼ ਦੀ ਹੈ, ਇਹ ਕੀ ਚਾਹੁੰਦਾ ਹੈ, ਇਹਦੀ ਡਿਮਾਂਡ ਕੀ ਹੈ। ਤੇ ਵਿਦਿਆ ਹੈ ਨਾ ਜਿਹੜੀ, ਗਿਆਨ ਹੈ ਜਿਹੜਾ, ਇਹ ਤੁਹਾਡੀ ਤੜਪ ਚ ਹੈ। ਉਹ ਤੇ ਨਾ ਜਿਵੇਂ ਨਾ ਅੰਦਰ ਇੱਕ ਚਾਹ ਪੈਦਾ ਹੋ ਜਾਂਦੀ, ਗੱਲ ਚੱਲੇ ਸਹੀ, ਚਮਕ ਆ ਜਾਂਦੀ ਹੈ। ਮੈਂ ਨਾ ਪਰਸੋਂ ਕਲਕੱਤੇ ਆਪਾਂ ਗਏ, ਉੱਥੇ ਮੈਂ ਬੜਾ ਬੋਰ ਹੋ ਰਿਹਾ ਸੀ ਦਿਨੇ, ਕਿਉਂਕਿ ਮੈਂ ਇੱਕ ਤੇ ਅੰਦਰ ਕੈਦ ਜਿਹਾ ਸੀ। ਛੱਤ ਤੇ ਗਿਆ, ਫਿਰ ਥੱਲੇ ਆ, ਫਿਰ ਛੱਤ ਤੇ ਗਿਆ, ਫਿਰ ਥੱਲੇ ਆ, 2-3 ਵਾਰੀ ਗਿਆ। ਤੇ ਸ਼ਾਮ ਨੂੰ ਕੁਦਰਤੀ ਮੈਨੂੰ 2-3 ਫੈਮਲੀਆਂ ਮਿਲਣ ਆ ਗਈਆਂ। ਉਹਨਾਂ ਦੇ ਵਿੱਚ 5 ਸਰੋਤੇ ਵਧੀਆ ਗੱਲ, ਮਤਲਬ ਅੰਡਰਸਟੈਂਡਿੰਗ ਬੜੀ ਕਮਾਲ ਦੀ। BBC, 2 ਭੈਣਾਂ ਸੀ, 3-4 ਸਿੰਘ ਵੀ ਸੀ। ਉਹ ਬੀਬੀ ਨੇ ਨਾ, ਬਜ਼ੁਰਗ ਸੀ ਮਾਤਾ, ਖੁੰਡੀ ਹੱਥ 'ਚ ਫੜੀ, ਰਿਸ਼ਤੇਦਾਰ ਸੀ ਉਹਨਾਂ ਦੇ। ਉਹਨਾਂ ਨੇ ਮੇਰੇ ਤੋਂ ਸਵਾਲ ਪੁੱਛੇ ਤੇ ਮੈਂ 1.5 ਘੰਟਾ ਗੱਲ ਕਰਦਾ ਰਿਹਾ। ਉਹ ਸਾਰੇ ਦਿਨ ਵਿੱਚ ਉਹ 1.5 ਘੰਟਾ ਮੇਰਾ ਇੰਨਾ ਵਧੀਆ ਸੀ, ਕਿਉਂਕਿ ਮੈਨੂੰ ਆਪ ਨੂੰ ਇੰਨਾ ਚੰਗਾ ਲੱਗਾ। ਉਹ ਗੱਲ ਕਰੀ ਗਏ, ਮੈਂ ਗੱਲ ਕਰੀ ਗਿਆ, ਉਹਨਾਂ ਦੀ ਮੈਂ ਸੁਣੀ ਗਿਆ। 1.5 ਘੰਟਾ ਐ ਲੱਗਿਆ ਵੀ ਜਿਵੇਂ ਨਾ ਮੇਰਾ ਕੋਈ ਬੋਝ ਹੀ ਲੈ ਗਿਆ ਹੁੰਦਾ ਸਿਰ ਦਾ, ਰਿਲੈਕਸ ਹੋ ਗਿਆ, ਚਾਹ ਚੜ ਗਿਆ ਵੀ ਇਹ ਅੰਡਰਸਟੈਂਡਿੰਗ ਕਿੰਨੀ ਕਮਾਲ ਦੀ, ਸਮਝ ਕਿੰਨੀ ਕਮਾਲ ਦੀ ਹੈ। ਮੈਂ ਇਸ਼ਾਰਾ ਕਰਦਾ, ਫੱਟ ਸਮਝ ਜਾਣਾ, 1 ਸੈਕਿੰਡ ਵਿੱਚ ਮੇਰੀ ਗੱਲ ਫੜ ਲੈਣੀ। ਉਦੋਂ ਵਾਲਾ ਹੀ ਸਵਾਦ ਆਉਂਦਾ ਜਦੋਂ ਬੰਦਾ ਗੱਲ ਇਸ਼ਾਰਿਆਂ 'ਚ ਸਮਝਣ ਲੱਗ ਜੇ, ਪੂਰੀ ਨਾ ਐਕਸਪਲੇਨ ਕਰਨੀ ਪਵੇ, ਬਸ ਮਾੜਾ ਜਿਹਾ ਇਸ਼ਾਰਾ ਕੀਤਾ, ਨਹੀਂ ਪਕੜ 'ਚ ਆ ਗਈ। ਤੇ ਉਹ 1.5 ਘੰਟਾ ਮੇਰਾ ਇੰਨਾ ਵਧੀਆ ਨਿਕਲਿਆ, ਮੈਂ ਖੁਸ਼ ਹੋ ਗਿਆ, ਕਮਾਲ ਹੋ ਗਿਆ। ਜਾਂ ਤੇ ਕਿੰਨਾ, ਕਿਉਂਕਿ ਜਦੋਂ ਨਾ ਸੰਤ ਮਿਲੇ, ਕਿਛ ਸੁਣੀਏ ਕਹੀਏ, ਜਦੋਂ ਤੁਸੀਂ ਗੱਲ ਕਰਦੇ ਹੋ, ਡਿਸਕਸ਼ਨ ਹੁੰਦੀ ਹੈ, ਉਹ ਵੱਧਦਾ ਹੈ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਉਹ ਤੇ ਜਦੋਂ ਤੁਸੀਂ ਗੱਲਬਾਤ ਕਰਨੀ ਹੈ, ਰਿੜਕਣਾ ਹੈ, ਹਰ ਕਾ ਬਲੋਵ ਨਾ ਬਲੋਵੋ ਮੇਰੇ ਭਾਈ, ਹਰੀ ਨੂੰ ਬਲੋਵੋ ਨਾ, ਜਿਹੜਾ ਰਿੜਕੋ ਨਾ ਇਹਨੂੰ, ਜਿਹੜਾ ਸਾਹਮਣੇ ਹੈ ਤੁਹਾਡੇ ਫੈਲਿਆ ਹੋਇਆ, ਜਿਹੜਾ ਸਰਬ ਵਿਆਪੀ ਹੈ, ਇਹਨੂੰ ਰਿੜਕਿਆ ਕਰੋ। ਜਦੋਂ ਤੁਸੀਂ ਰਿੜਕੋਗੇ ਤੇ ਵੇਖਿਓ ਮੱਖਣ ਨਿਕਲਦਾ, ਜਿਵੇਂ ਮਰਜ਼ੀ ਚੱਖੀ ਜਾਏ। ਇੰਨਾ ਸਵਾਦ ਬਣ ਜਾਂਦੀ ਹੈ ਜ਼ਿੰਦਗੀ ਕਿ ਰੱਜ ਜਾਂਦਾ, ਰੂਹ ਰੱਜ ਗਈ, ਰੂਹ ਰੱਜਦੀ ਰੂਹ। ਫਿਰ ਜੇ ਹੁਣ ਤੁਸੀਂ ਇੱਛਾ ਹੀ ਰੱਖਦੇ ਆ ਕਾਮਯਾਬ ਹੋਣਾ ਹੈ ਨਾ, ਮੈਂ ਇਸ ਗੱਲ ਨਾਲ ਜੋੜ ਕੇ ਗੱਲ ਕਰ ਰਿਹਾ ਵੀ ਕਾਮਯਾਬ ਹੋਣਾ ਹੈ, ਤੇ ਕਾਮਯਾਬ ਬੰਦਿਆਂ ਦੀ ਜੀਵਨੀ ਪੜ੍ਹੋ। ਤੁਸੀਂ ਚਾਹੁੰਦੇ ਆ ਕਿ ਬੰਦਾ ਕਾਮਯਾਬ ਹੋਣਾ ਚਾਹੁੰਦਾ ਹੈ, ਫਿਰ ਕਿਸੇ ਕਾਮਯਾਬ ਬੰਦੇ ਨੂੰ ਪੜ੍ਹ ਕੇ ਤੇ ਵੇਖੋ ਉਹਦੀਆਂ ਆਦਤਾਂ ਚੰਗੀਆਂ ਕੀ ਹੈ। ਹੁਣ ਸਾਡੇ ਪਿੱਟ ਸਿਆਪਾ ਪਿਆ, ਗੋਰੇ ਬੜੇ ਵਧੀਆ ਨੇ, ਗੋਰਿਆਂ ਦੇ ਦੇਸ਼, ਅਮਰੀਕਾ ਚੱਲੀਏ ਛੇਤੀ ਅਮਰੀਕਾ ਵਧੀਆ, ਕੈਨੇਡਾ ਚੱਲੀਏ ਕੈਨੇਡਾ, ਇੰਗਲੈਂਡ ਵਧੀਆ, ਨਿਊਜ਼ੀਲੈਂਡ ਵਧੀਆ, ਆਸਟ੍ਰੇਲੀਆ ਵਧੀਆ, ਇਹ ਦੇਸ਼ ਬੜੇ ਵਧੀਆ ਨੇ। ਉਹਨਾਂ ਵਧੀਆ ਸਮਾਜਾਂ ਨੂੰ ਪੜ੍ਹਦੇ ਕਿਉਂ ਨਹੀਂ ਫਿਰ, ਵੀ ਵਧੀਆ ਕਿਵੇਂ ਬਣੇ?
ਉਹ ਵਧੀਆ ਕਿੱਥੋਂ ਆਇਆ ਹੈ? ਉਹਨਾਂ ਦੀ ਕਾਪੀ ਕਿਉਂ ਨਹੀਂ ਕਰਦੇ? ਚੰਗੀਆਂ ਚੀਜ਼ਾਂ ਦੀ ਕਾਪੀ ਕਿਉਂ ਨਹੀਂ ਕਰਦੇ? ਹੁਣ ਸਾਡੇ ਵਾਲੇ ਨਾ ਵੇਖਿਓ, ਪੱਬਾਂ ਵਿੱਚ ਗੋਰੇ ਵੀ ਜਾਂਦੇ ਆ ਤੇ ਸਾਡੇ ਪੰਜਾਬੀ ਵੀ ਜਾਂਦੇ ਆ, ਕਲੱਬਾਂ ਵਿੱਚ ਗੋਰੇ ਵੀ ਜਾਂਦੇ ਆ ਤੇ ਸਾਡੇ ਪੰਜਾਬੀ ਵੀ ਜਾਂਦੇ ਆ, ਕਾਫੀ ਸ਼ਾਪਾਂ ਵਿੱਚ ਬੰਦੇ ਵੀ ਗੋਰੇ ਵੀ ਜਾਂਦੇ ਆ ਤੇ ਸਾਡੇ ਪੰਜਾਬੀ ਵੀ ਜਾਂਦੇ ਆ। ਪਰ ਮੈਂ ਕਾਫੀ ਸ਼ਾਪਾਂ ਵਿੱਚ ਵੇਖਿਆ ਸਾਡੇ ਵਾਲੇ ਕਾਫੀ ਪੀਤੀ ਨਿਕਲੇ, ਗੋਰਾ ਕਾਫੀ ਲੈ ਕੇ ਬਹਿ ਜਾਂਦਾ ਹੈ, 2 ਘੰਟੇ ਪੜ੍ਹਦਾ ਹੀ ਤੁਰਿਆ ਜਾਂਦਾ। 2 ਘੰਟੇ ਉਹਦੀ ਕਾਫੀ ਨਹੀਂ ਨਿਬੜਦੀ, 2 ਘੰਟਿਆਂ ਵਿੱਚ 200 ਪੇਜ ਪੜ੍ਹ ਦਿੰਦਾ, ਪੜ੍ਹੀ ਜਾਂਦੇ। ਅਮਰੀਕਾ ਤੱਕ ਮੈਂ ਬੜੀ ਵਾਰੀ ਮੈਂ ਏਦਾਂ ਵੇਖੇ ਨੇ, 8-8 ਘੰਟੇ ਮੇਰੇ ਨਾਲ ਦੀ ਸੀਟ ਤੇ ਬੈਠਾ ਗੋਰਾ, 8 ਘੰਟੇ। ਮੈਂ ਸੌਂ ਗਿਆ, ਮੈਂ ਸੌਂ ਕੇ ਉੱਠ ਵੀ ਪਿਆ, ਮੈਂ ਕੋਲ ਬੈਠੇ ਨੇ ਖਾਣਾ ਵੀ ਖਾ ਲਿਆ, ਉਹ ਬੰਦਾ ਉਹਨੇ ਨਹੀਂ ਲਾਈਟ ਬੰਦ ਕੀਤੀ ਜਹਾਜ਼ ਦੀ, ਪੜ੍ਹੀ ਗਿਆ, 8 ਘੰਟੇ ਪੜ੍ਹਿਆ ਲਗਾਤਾਰ, ਫਿਰ ਸੌਂ ਗਿਆ 2 ਘੰਟੇ, ਉਹਨੇ ਨੂੰ ਅਸੀਂ ਉਤਰ ਗਏ ਉੱਥੇ। ਮਤਲਬ ਪੜ੍ਹੀ। ਹੁਣ ਸਾਡੇ ਵਾਲਿਆਂ ਨੇ ਪਤਾ ਕੀ ਕੀਤਾ, ਅਸੀਂ ਵੀ ਉਹਨਾਂ ਵਾਂਗੂ ਕਰਾਂਗੇ, ਉਹ ਵੀ ਪੈਂਟ ਸ਼ਰਟ ਪਾਉਣਗੇ ਮੈਂ ਵੀ ਪਾਉਂਗਾ, ਪਾ ਲੈ, ਉਹਨੇ ਟਾਈ ਲਾਈ ਮੈਂ ਵੀ ਲਾਉਂਗਾ, ਲਾ ਲੈ, ਉਹ ਪੱਬ 'ਚ ਜਾਣਗੇ ਮੈਂ ਵੀ ਜਾਊਂ ਤੇ ਚਾਹ, ਉਹ ਜੀ ਪੀਣਗੇ ਤੇ ਮੈਂ ਵੀ ਪੀਊਂਗਾ, ਪੀ ਲੈ। ਪਰ ਉਹਨਾਂ ਨੇ ਜਦੋਂ ਕਿਤਾਬ ਪੜ੍ਹਨੀ ਹੈ ਉਹ ਸਾਡੇ ਵਾਲਿਆਂ ਨੇ ਕਾਪੀ ਨਹੀਂ ਕੀਤੀ ਵੀ ਉਹ ਤੇ 2 ਘੰਟੇ ਪੜ੍ਹਦਾ ਵੀ ਹੈ, ਫਿਰ ਜੇ ਇੱਕ ਪੈਗ ਪੀਂਦਾ ਤੇ ਅੱਧੀ ਕਿਤਾਬ ਪੜ੍ਹ ਦਿੰਦਾ। ਇਹ ਤੇਰੀ ਕਾਪੀ ਕੌਣ ਕਰੂ? ਤੇਰਾ ਪਿਓ ਕਰੂ ਅੱਗੇ। ਇੰਨਾ ਕਦੇ ਕਰ ਲਿਆ, ਬਾਕੀ ਰੀਸ ਤੇ ਕਰਦਾ, ਬਾਕੀ ਕਿਉਂ ਨਹੀਂ ਕਰਦਾ? ਬਾਕੀ ਕੌਣ ਕਰੂ? ਸ਼ਰਾਬ ਵਾਲੀ ਰੀਸ ਕਰ ਲਈ, ਪੜ੍ਹਨ ਵਾਲੀ ਕਿਉਂ ਨਹੀਂ ਕਰਦਾ? ਅੱਧੇ ਕੰਮ ਉਹਨਾਂ ਦੇ ਲੈ ਲੇ, ਬਾਕੀ ਦੇ ਛੱਡੀ ਦਿੱਤੇ, ਜਿੰਨਾ ਜਿੰਨਾ ਠੀਕ ਲੱਗਿਆ ਚੱਕ ਲਿਆ, ਬਾਕੀ ਛੱਡਤਾ। ਫਿਰ ਕੀ ਦੱਸੋ ਜ਼ਿੰਦਗੀ ਬਣੂ? ਸਾਡਾ ਸਵਾਦ ਕੀ ਆਊ? ਵਧੀਆ ਲੋਕਾਂ, ਵਧੀਆ ਬਣਨਾ ਚਾਹੁੰਦੇ ਹੋ ਤੇ ਕਿੰਨਾਂ ਨੂੰ ਪੜ੍ਹਨਾ ਪੈਣਾ? ਵਧੀਆ ਕਿਵੇਂ ਗਏ ਮੁੰਡੇ? ਅੱਜ ਕੱਲ ਦੇ ਨਿਆਣੇ ਇੰਗਲਿਸ਼ ਪੜ੍ਹ ਲੈਂਦੇ ਆ, ਤੁਸੀਂ, ਮੈਂ ਤਾਂ ਕਹਿੰਦਾ ਸਾਡਾ ਲਿਟਰੇਚਰ ਛੱਡੋ, ਤੁਸੀਂ ਗੋਰਿਆਂ ਨੂੰ ਪੜ੍ਹ ਲਿਆ ਕਰੋ, ਉਧਰਲੇ ਲਿਟਰੇਚਰ ਲਿਆਓ। ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਮਿਲ ਜਾਂਦੀਆਂ ਨੇ ਪੰਜਾਬੀ 'ਚ, ਉਹਨਾਂ ਦਾ ਅਨੁਵਾਦ ਕੀਤਾ ਹੋਇਆ, ਬਹੁਤ ਸਾਰੀਆਂ ਬੁੱਕਸ ਹੈਗੀਆਂ ਨੇ, ਉਹਨਾਂ ਨੂੰ ਪੜ੍ਹੋ। ਸਾਈਕੀ ਤੇ ਪੜ੍ਹੋ, ਮਾਈਂਡ ਕਿੱਦਾਂ ਕੰਮ ਕਰਦਾ ਤੇ ਪੜ੍ਹੋ, ਥਾਟਸ ਪ੍ਰੋਸੈਸ ਜਿਹੜਾ ਇਹਦਾ ਕੀ ਕਿੱਦਾਂ ਕੰਮ ਕਰਦਾ ਇਹਨੂੰ ਪੜ੍ਹੋ, ਸਾਡੇ ਇਮੋਸ਼ਨ ਕਿਵੇਂ ਚੱਲ ਬਣਦੇ ਨੇ ਇਹਨਾਂ ਨੂੰ ਪੜ੍ਹੋ, ਨੈਗੇਟਿਵ ਕਿਉਂ ਹੁੰਦੇ ਆ ਪੜ੍ਹੋ, ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਪੜ੍ਹੋ। ਜੋ ਮਰਜੀ ਵਧੀਆ ਬਣਨਾ ਚਾਹੁੰਦੇ ਹੋ ਤੇ ਵਧੀਆ ਲੋਕਾਂ ਨੂੰ ਪੜ੍ਹੋ, ਕਾਮਯਾਬ ਹੋਣਾ ਹੈ ਤੇ ਕਾਮਯਾਬ ਲੋਕਾਂ ਨੂੰ ਪੜ੍ਹੋ। ਜੇ ਟਿਕਟੌਕ ਹੀ ਬਣਾਉਣੀ ਹੈ ਫਿਰ ਟਿਕਟੌਕ ਵਾਲੇ ਨੂੰ ਵੇਖੀਏ, ਇਹੀ ਕੰਮ ਕਰਨਾ ਤੇ ਕਰੀਏ। ਨਾਲੇ ਟਿਕਟੌਕ ਵਾਲੇ ਵੀ ਕਈ ਚੰਗੇ ਸੀ, ਮਿੰਟ ਮਿੰਟ ਦੀ ਵੀਡੀਓ ਪਾਉਂਦੇ ਸੀ, ਮਿੰਟ 'ਚ ਹੀ ਬੜਾ ਸੋਹਣਾ ਕੁਝ ਕਹਿ ਜਾਂਦੇ ਹੈਗੇ ਸੀ ਨਾ। ਕਈ ਇੰਨੇ ਕਮਾਲ ਦੇ ਬੰਦੇ ਮਿੰਟ ਦੇ ਵਿੱਚ ਇੰਨੀ ਸੋਹਣੀ ਗੱਲ ਕਰ ਜਾਂਦੇ, ਬੰਦਾ ਫਾਇਦਾ ਲੈਣ ਵਾਲਾ ਹੋਵੇ। ਪਰ ਸਾਡੇ ਵਾਲੇ ਦੇ ਗੀਤ ਲਾ ਕੇ ਤੇ ਬਸ ਫਿਰ ਉਹ ਬੀਬੀ ਨਹੀਂ ਸੀ, ਬਜ਼ੁਰਗ ਮਾਤਾ ਨੇ ਤਾਂ ਚੁੰਨੀ ਚੰਨੀ ਲਈ ਤੇ ਅਗਲਾ ਕਹਿੰਦਾ ਖਰੇ ਹੁਣ ਨਾਮ ਜਪਾਣ ਲੱਗੀ, ਜਦੋਂ ਆਇਆ ਉਹਨੇ ਗੀਤ ਚੱਕ ਲਿਆ ਅੱਗੋਂ, ਅਗਲਾ ਉਹਦੇ ਮੂੰਹ ਵੱਲ ਵੇਖੇ ਵੀ ਇਹ ਬੇਬੇ ਵੀ ਸਾਨੂੰ ਤੇ ਇਹ ਸੀ ਵੀ ਖਰੇ ਨਾਮ ਜਪਾਏਗੀ, ਇਹ ਕੋਈ ਸੁਖਮਣੀ ਸਾਹਿਬ ਕਰਨ ਲੱਗੀ ਹੈ ਕਿ ਨਹੀਂ? ਜੇ ਜ਼ਿੰਦਗੀ ਵਿੱਚ ਅੱਗੇ ਲੰਘਣਾ ਹੈ ਤੇ ਅੱਗੇ ਜਾਣ ਵਾਲਿਆਂ ਦੀ ਕਾਪੀ ਕਰੋ, ਬਈਏ ਪੜ੍ਹਿਆ ਪਾਸ। ਜੇ ਜ਼ਿੰਦਗੀ ਦੇ ਮਸਲੇ ਨਜਿੱਠਣੇ ਨੇ, ਜਿਨ੍ਹਾਂ ਨੇ ਨਜਿੱਠੇ ਨੇ ਉਹਨਾਂ ਨੂੰ ਵੇਖ ਕਿਵੇਂ ਨਜਿੱਠੇ। ਜਾ ਕੇ ਪੁੱਛ ਲੈ ਤਾਰੂਆਂ ਤੋਂ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਪੁੱਛ ਲੈ ਤਾਰੂਆਂ ਤੋਂ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਪੁੱਛ ਲੈ ਤਾਰੂਆਂ ਤੋਂ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਜਾ ਕੇ ਪੁੱਛ ਲੈ ਤਾਰੂਆਂ ਤੋਂ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਤਾਰੂਆਂ ਤੋਂ ਜਿਹੜੇ ਗੱਜ ਕੇ ਪੜੋ ਜਾ ਕੇ ਪੁੱਛ ਲੈ ਪੁੱਛ ਲੈ ਤਾਰੂਆਂ ਤੋਂ ਜਿਹੜੇ
तर गए उचिया लहरा, जाके पुछ ले तारुआ को, जेड़े तर गए ने उचिया लहरा, जाके पुछ ले तारुआ को, जेड़े तर गए ने उचिया लहरा, पुछ ले तारुआ को, जेड़े तर गए ने उचिया लहरा, तारुआ को जेड़े जाके ओ जेड़े तर गए उचिया लहरा, 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 जेड़े तर गए उचिया लहरा। तर गए उचिया लहरा, ओ जेड़े तर गए उचिया धन है गुरु नानक साहेब जी, धन है गुरु नानक साहेब जी, धन है। गज के पढ़ो पढ़ो, धन है बाबा, धन है गुरु अंगद पातशाह, धन है धन है धन है गुरु अंगद पातशाह, धन है। पढ़ो और गज के ओ धन है धन है गुरु अमरदास जी, धन है अमरदास जी, गज के धन है बाबा, धन है गुरु रामदास साहब, धन है धन है धन है गुरु रामदास साहब, धन है। अर्जुन पातशाह, धन है अर्जुन पातशाह, धन है धन प्यारे, धन है श्री हरगोबिंद साहब, श्री हरगोबिंद साहब, धन है। बड़ो सारे धन है गुरु श्री हर राय साहब, धन है श्री हर कृष्ण साहब, धन है श्री
के गुरु तेग बहादुर साहिब मेरे साहिबे कमाल साहिब धान है गुरु गोबिंद सिंह साहिबजान है मेरे साहिबे कमाल साहिब धान है गुरु गोबिंद सिंह साहिबजान है ज्ञान ते सागर धन है गुरु ग्रंथ साहिब जी मान है ज्ञान ते सागर धन है गुरु ग्रंथ साहिब जी मान है सागर धन है पंथ खालसा धन है गुरां साध संगत जी धन है पंथ खालसा धन है गुरां जी साध संगत जी धन है खालसा साध संगत जी सतनाम वाहिगुरू बोल प्यारिया सतनाम वाहिगुरू बोल प्यारिया सतनाम वाहिगुरू बोल प्यारिया सतनाम वाहिगुरू बोल प्यारिया गज के बोलिया करो वाहिगुरू बोल प्यारिया मिठड़े लगणगे बोल प्यारिया तेरे मिठड़े लगणगे बोल प्यारिया तेरे मिठड़े लगणगे बोल प्यारिया तेरे मिठड़े लगणगे बोल प्यारिया बोल प्यारिया वाहिगुरू धन वाहिगुरू वाहिगुरू धन वाहिगुरू वाहिगुरू धन वाहिगुरू वाहिगुरू धन वाहिगुरू अवण गुरु मानी पिता माता तरस महत विश्राम दोए साई आया खेलै सत रगत जगियाइया मोरियाइया वाचे धर्म हबूर धर्मी आपो अपनी तेने लगे जिनी नाम से आया गए तो सख्त काल नानक से मुक्ति सुखी नाल ਅੱਜ ਸ਼ਾਜਲੀ ਸੁਨਾਮ ਮਾਨਸਾ ਦਾ ਏਰੀਆ ਸੁਨਾਮ ਦਾ ਲਹਿਰੇ ਗਾਗੇ ਦੇ ਵਿਚਾਲੇ ਜਿਹੜੇ ਜਿਹੜੇ ਵੀ ਵੀਰ ਜਾਂ ਭੈਣਾਂ ਆਏ ਧੰਨਵਾਦ ਕੁਝ ਚੰਡੀਗੜ੍ਹ ਤੋਂ ਸੰਗਤ ਆਈ ਹੋਈ ਦਿੱਲੀ ਤੋਂ ਵੀ ਵੀਰ ਆਏ ਆ ਕੁਝ ਪਰਿਵਾਰ ਧੰਨਵਾਦ ਸਾਰਿਆਂ ਨੂੰ ਜੀ ਆਇਆ 1.5-2 ਮਹੀਨਿਆਂ ਬਾਅਦ ਜਿਨ੍ਹਾਂ ਨੇ ਆਉਣਾ ਹੁੰਦਾ ਹੈ ਇਹਦਾ ਟਾਈਮ ਲੈ ਲਿਆ ਇੱਕ ਦਿਨ ਹਾਜ਼ਰੀ ਭਰ ਲਿਆ ਥੋੜੀ ਥੋੜੀ ਸੰਗਤ ਨੂੰ ਸੱਦੀਦਾ 100 ਕ ਸ਼ਰੀਰ ਹੋਵੇ ਜ਼ਿਆਦਾ ਅਜੇ ਨਹੀਂ ਕਹੀਦਾ 100-150 ਕੱਲ ਨੂੰ ਸੰਗਤ ਨੇ ਆਉਣਾ ਹੈ ਸਮਰਾਲਾ